ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਿਮਰਨ ਕਰ ਰਹੇ ਸੀ। ਮਹਾਰਾਜ ਗੁਰਬਾਣੀ ਵਿੱਚ ਦੱਸਦੇ ਆ ਕਿ ਜਿਹੜਾ ਹਰੀ ਦਾ ਸਿਮਰਨ ਕਰਦਾ ਆ ਉਹਦੇ ਸਾਰੇ ਕੰਮ ਪੂਰਨ ਹੋ ਜਾਂਦੇ ਆ। ਜਿਵੇਂ ਰਸਨਾ ਦੁਆਰਾ ਆਪਾਂ ਜਪ ਰਹੇ ਸੀ, ਗੁਰੂ ਸਾਹਿਬ ਗੁਰਬਾਣੀ 'ਚ ਫਰਮਾਉਂਦੇ ਆ, ਹਰ ਹਰ ਰਸਨਾ ਜੋ ਜਪੇ ਤਿਸ ਪੂਰਨ ਕਾਮ। ਕਿ ਜਿਹੜਾ ਰਸਨਾ ਦੁਆਰਾ ਸਿਮਰਨ ਕਰਦਾ ਹੈ, ਮਹਾਰਾਜ ਕਹਿੰਦੇ ਉਸ ਦੇ ਸਾਰੇ ਕੰਮ ਪੂਰੇ ਹੁੰਦੇ ਆ। ਅਤੇ ਜਦੋਂ ਫਿਰ ਅਸੀਂ ਰਸਨਾ ਦੁਆਰਾ ਸਿਮਰਨ ਕਰਦੇ ਹਾਂ ਅਤੇ ਫਿਰ ਸ਼ਬਦ ਦੀ ਵਿਚਾਰ ਕਰਨੀ ਹੁੰਦੀ ਹੈ, ਜੋ ਗੁਰਬਾਣੀ 'ਚ ਆਪਾਂ ਨੂੰ ਭੇਦ ਦਿੱਤਾ, ਜਿਹਨੂੰ ਮਹਾਰਾਜ ਕਹਿੰਦੇ ਸੱਚ ਵਖਰ ਦਾ ਵਪਾਰ ਕਰਨਾ। ਅਤੇ ਫਿਰ ਜੋ ਅਸੀਂ ਲਾਹਾ ਸੰਸਾਰ ਵਿੱਚ ਲੈਣਾ ਉਹ ਨਾਮ ਦਾ ਆ। ਅਤੇ ਗੁਰੂ ਦੀ ਮੱਤ ਦੇ, ਜੋ ਗੁਰੂ ਸਾਹਿਬ ਸਾਨੂੰ ਮੱਤ ਦੇ ਰਿਹਾ, ਉਸ ਦੀ ਵਿਚਾਰ ਕਰਨੀ। ਗੁਰੂ ਸਾਹਿਬ ਫਰਮਾਉਂਦੇ, ਲਾਹਾ ਨਾਮ ਸੰਸਾਰ ਹੈ ਗੁਰਮਤਿ ਵਿਚਾਰਾ। ਕਿ ਗੁਰੂ ਦੀ ਮੱਤ ਦੁਆਰਾ ਅਸੀਂ ਵਿਚਾਰ ਕਰਨੀ ਹੈ ਕਿ ਸੰਸਾਰ 'ਚ ਕੀ ਲਾਹਾ ਹੈ, ਨਾਮ ਦਾ, ਜੋ ਅਸੀਂ ਸੱਚਾ ਵਪਾਰ ਕਰਨਾ ਆ। ਅਤੇ ਗੁਰਬਾਣੀ ਵਿੱਚ ਆਪਾਂ ਨੂੰ ਖੇਲ ਸਮਝਾਇਆ ਸਾਡੇ ਮਨ ਦਾ, ਆਤਮਾ ਦਾ, ਪਰਮਾਤਮਾ ਦਾ। ਅਤੇ ਮਹਾਰਾਜ ਨੇ ਆਪਾਂ ਨੂੰ ਭੇਦ ਦਿੱਤਾ ਆ ਕਿ ਇਹ ਜਿਹੜਾ ਸਾਡਾ ਮਨ ਆ, ਇਹਨੇ ਆਤਮਿਕ ਰੂਪ ਹੋ ਕੇ ਪਰਮਾਤਮਾ ਨੂੰ ਮਿਲਣਾ ਹੈ। ਅਤੇ ਇਹ ਦੱਸਿਆ ਹੋਇਆ ਕਿ ਜਦੋਂ ਸਾਡਾ ਮਨ ਨਾਮ ਨਾਲੋਂ ਇਹਦੀ ਲਿਵ ਟੁੱਟ ਜਾਂਦੀ ਆ, ਫਿਰ ਇਹ ਮਨ ਮਾਇਆ ਦੇ ਦੇਸ਼ ਵਿੱਚ ਆ ਜਾਂਦਾ ਹੈ। ਮਾਇਆ ਦੇ ਦੇਸ਼ ਵਿੱਚ ਆ ਕੇ ਸਭ ਕੁਛ ਭੁੱਲ ਜਾਂਦਾ ਅਤੇ ਭੁੱਲੇ ਹੋਏ ਮਨ ਨੂੰ ਫਿਰ ਵਾਰ-ਵਾਰ ਯਾਦ ਦਿਵਾਇਆ ਜਾਂਦਾ। ਅਤੇ ਗੁਰਬਾਣੀ ਵਿੱਚ ਆਪਾਂ ਨੂੰ ਸਮਝਾਇਆ ਹੈ ਕਿ ਜਦੋਂ ਵੀ ਅਸੀਂ ਗੁਰਬਾਣੀ ਦੀ ਵਿਚਾਰ ਕਰਨੀ, ਭੇਦ ਲੈਣਾ, ਅਸੀਂ ਆਪਣੇ ਆਪ ਦੀ ਵਿਚਾਰ ਕਰਨੀ। ਜਿਹੜਾ ਸਾਡਾ ਸਰੀਰ ਆ, ਇਹਦੇ ਵਿੱਚ ਮਨ ਵੱਸਦਾ ਹੈ। ਗੁਰੂ ਸਾਹਿਬ ਗੁਰਬਾਣੀ 'ਚ ਆਪਾਂ ਨੂੰ ਭੇਦ ਦਿੰਦੇ ਆ ਕਿ ਅਸੀਂ ਦੇਖਣਾ ਹੈ ਕਿ ਸਾਡਾ ਮਨ ਹੁਣ ਕਿੱਥੇ ਆ। ਦੂਜੇ ਦੇ ਮਨ ਨੂੰ ਅਸੀਂ ਦੇਖਦੇ ਹਾਂ ਜਾਂ ਦੂਜੇ ਦੇ ਸਰੀਰ ਨੂੰ ਦੇਖਦੇ ਹਾਂ, ਗੁਣ ਔਗਣ ਅਸੀਂ ਦੇਖਦੇ ਹਾਂ। ਗੁਰਬਾਣੀ 'ਚ ਸਾਨੂੰ ਆਪਣੇ ਆਪ ਦੇ ਗੁਣ ਔਗਣ ਦਾ ਭੇਦ ਦਿੱਤਾ ਹੈ ਕਿ ਕਿਵੇਂ ਤੁਸੀਂ ਆਪਣੇ ਔਗਣਾਂ ਨੂੰ ਕੱਢਣਾ ਹੈ ਸਰੀਰ ਦੇ ਵਿੱਚੋਂ, ਕਿਵੇਂ ਅਸੀਂ ਮਨ ਨੂੰ ਔਗਣਾਂ ਤੋਂ ਰਹਿਤ ਕਰਨਾ ਹੈ। ਗੁਰਬਾਣੀ 'ਚ ਮਹਾਰਾਜ ਨੇ ਭੇਦ ਦਿੱਤਾ, ਜਦੋਂ ਅਸੀਂ ਆਪਣੇ ਆਪ ਨੂੰ ਦੇਖਾਂਗੇ ਫਿਰ ਅਸੀਂ ਆਪਣੇ ਔਗਣ ਕੱਢ ਸਕਦੇ। ਜੇ ਅਸੀਂ ਸਿਰਫ ਦੂਜਿਆਂ ਨੂੰ ਹੀ ਦੇਖਦੇ ਹਾਂ, ਅਸੀਂ ਦੂਜਿਆਂ ਦੇ ਔਗਣ ਦੇਖੀ ਜਾਂਦੇ ਹਾਂ, ਫਿਰ ਉਹ ਸਾਡੇ ਵਿੱਚ ਆਉਣ ਲੱਗ ਪੈਂਦੇ। ਜੇ ਅਸੀਂ ਕਿਸੇ ਦੇ ਗੁਣ ਦੇਖਦੇ ਹਾਂ, ਫਿਰ ਸਾਨੂੰ ਹੁੰਦਾ ਹੈ ਕਿ ਅਸੀਂ ਵੀ ਉਹਨਾਂ ਵਰਗੇ ਬਣੀਏ, ਫਿਰ ਸਾਡੇ 'ਚੋਂ ਗੁਣ ਆਉਣ ਲੱਗ ਪੈਂਦੇ। ਗੁਰਬਾਣੀ 'ਚ ਮਹਾਰਾਜ ਸਾਨੂੰ ਕਹਿੰਦੇ, ਆਪ ਸਵਾਰੇ ਮੈਂ ਮਿਲਾਂ, ਮੈਂ ਮਿਲਿਆ ਸੁਖ ਹੋਏ। ਕਹਿੰਦੇ ਜੇ ਤੁਸੀਂ ਸੁਖੀ ਹੋਣਾ ਆ ਤਾਂ ਆਪਣੇ ਆਪ ਨੂੰ ਸਵਾਰੋ, ਆਪ ਦਾ ਭੇਦ ਲਓ। ਗੁਰੂ ਸਾਹਿਬ ਗੁਰਬਾਣੀ ਵਿੱਚ ਆਪਾਂ ਨੂੰ ਭੇਦ ਦਿੰਦੇ ਆ ਕਿ ਜਿਹੜੇ ਮਨ ਨੇ ਆਪਣੇ ਆਪ ਦੀ ਪਹਿਚਾਣ ਨਹੀਂ ਕੀਤੀ, ਪਰਮਾਤਮਾ ਦੀ ਪਹਿਚਾਣ ਨਹੀਂ ਕੀਤੀ, ਉਹ ਕਲਯੁਗ ਦੇ ਵਿੱਚ ਮਨ ਪ੍ਰੇਤ ਆ। ਗੁਰੂ ਸਾਹਿਬ ਫਰਮਾਉਂਦੇ ਆ, ਕਲ ਮੈਂ ਪ੍ਰੇਤ ਜਿਨੀ ਰਾਮ ਨਾ ਪਛਾਤਾ। ਹੁਣ ਅਸੀਂ ਆਪਣੇ ਮਨਾਂ ਦੇ ਵਿੱਚ ਵੇਖਣਾ ਆ ਕਿ ਅਸੀਂ ਰਾਮ ਨੂੰ ਪਹਿਚਾਣ ਲਿਆ, ਆਪਣਾ ਭੇਦ ਲੈ ਲਿਆ। ਅਤੇ ਮਹਾਰਾਜ ਕਹਿੰਦੇ ਕਲਯੁਗ ਵਿੱਚ ਉਹ ਮਨ ਪ੍ਰੇਤ ਆ ਜਿਨ੍ਹਾਂ ਨੇ ਰਾਮ ਨੂੰ ਨਹੀਂ ਪਛਾਣਿਆ। ਗੁਰੂ ਸਾਹਿਬ ਕਹਿੰਦੇ ਆ ਗੁਰਬਾਣੀ 'ਚ, ਕਲ ਮੈਂ ਪ੍ਰੇਤ ਜਿਨੀ ਰਾਮ ਨਾ ਪਛਾਤਾ, ਸਤਜੁਗ ਪਰਮ ਹੰਸ ਵਿਚਾਰੀ, ਦੁਆਪਰ ਤ੍ਰੇਤੇ ਮਾਨਸ ਵਰਤੇ, ਵਿਰਲੇ ਹਉਮੈ ਮਾਰੀ। ਕਿ ਸਤਯੁਗ ਵਿੱਚ ਇਹ ਜਿਹੜਾ ਸਾਡਾ ਮਨ ਸੀ, ਇਹ ਪਰਮਹੰਸ ਸੀ। ਦੁਆਪਰ ਤ੍ਰੇਤੇ ਦੇ ਵਿੱਚ ਇਹ ਮਾਨਸ ਹੋ ਗਿਆ ਅਤੇ ਇਹਦੇ 'ਚ ਹਉਮੈ ਆ ਗਈ, ਅਤੇ ਕਿਸੇ ਵਿਰਲੇ ਨੇ ਹਉਮੈ ਆਪਣੀ ਖਤਮ ਕੀਤੀ। ਅਤੇ ਕਲਯੁਗ ਵਿੱਚ ਇਹੀ ਮਨ ਸਾਡਾ ਪ੍ਰੇਤ ਬਣ ਗਿਆ। ਹੁਣ ਮਨ ਪ੍ਰੇਤ ਬਣਦਾ ਕਿਵੇਂ ਆ, ਉਹ ਗੁਰਬਾਣੀ 'ਚ ਆਪਾਂ ਨੂੰ ਭੇਦ ਦਿੱਤਾ। ਮਹਾਰਾਜ ਗੁਰਬਾਣੀ 'ਚ ਫਰਮਾਉਂਦੇ ਆ, ਮਾਇਆ ਮੋਹ ਪ੍ਰੇਤ ਹੈ। ਕਿ ਜਦੋਂ ਸਾਡਾ ਮਨ ਮਾਇਆ ਨਾਲ ਮੋਹ ਪਾ ਲੈਂਦਾ, ਹੁਣ ਜਦੋਂ ਅਸੀਂ ਆਪਣੇ ਅੰਦਰ ਦੇਖਣਾ ਕਿ ਹੁਣ ਸਾਡਾ ਮਨ ਕਿੱਥੇ ਬੈਠਾ, ਅਸੀਂ ਪ੍ਰੇਤ ਬਣੇ ਹੋਏ ਹਾਂ ਕਿ ਅਸੀਂ ਮਾਨਸ ਹਾਂ ਕਿ ਸਾਡਾ ਮਨ ਪਰਮਹੰਸ ਆ। ਅਸੀਂ ਗੁਰਬਾਣੀ ਦੁਆਰਾ ਜਦੋਂ ਵਿਚਾਰ ਕਰਨੀ, ਅਸੀਂ ਆਪਣੇ ਮਨ ਨੂੰ ਦੇਖਣਾ ਆ ਕਿ ਸਾਡਾ ਮਨ ਪਰਮਹੰਸ ਆ, ਕਿ ਰਾਮ ਨੂੰ ਅਸੀਂ ਪਹਿਚਾਣ ਲਿਆ ਆ, ਕਿ ਸਾਡਾ ਮਨ ਪ੍ਰੇਤ ਆ, ਰਾਮ ਨੂੰ ਨਹੀਂ ਪਹਿਚਾਨਿਆ, ਪਰਮਾਤਮਾ ਨੂੰ ਨਹੀਂ ਪਹਿਚਾਨਿਆ, ਜੀਵਨ ਦਾ ਲਾਹਾ ਨਹੀਂ ਖੱਟਿਆ, ਕਿ ਸਾਡਾ ਮਨ ਮਾਨਸ ਬਣ ਗਿਆ ਹੈ। ਇਹ ਫਿਰ ਜਦੋਂ ਆਪਾਂ ਗੁਰਬਾਣੀ ਰਾਹੀਂ ਵਿਚਾਰ ਕਰਦੇ ਹਾਂ, ਗੁਰਬਾਣੀ ਰਾਹੀਂ ਭੇਦ ਲੈਂਦੇ ਹਾਂ, ਅਤੇ ਗੁਰੂ ਸਾਹਿਬ ਕਹਿੰਦੇ ਪ੍ਰੇਤ ਮਨ ਸਾਡਾ ਬਣਦਾ ਕਦੋਂ ਹੈ।
ਜਦੋਂ ਮਾਇਆ ਦੇ ਨਾਲ ਮੋਹ ਪਾ ਲੈਂਦਾ। ਗੁਰੂ ਸਾਹਿਬ ਫਰਮਾਉਂਦੇ ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਹੰਕਾਰਾ। ਕਹਿੰਦੇ ਜਦੋਂ ਮਨ ਸਾਡਾ ਧਾਤ ਦੇ ਰਸਤੇ 'ਤੇ ਚੱਲਦਾ, ਜਿਹਦੇ 'ਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ, ਉਸ ਵਕਤ ਜਦੋਂ ਇਹ ਪੰਜਾਂ ਦਾ ਸਾਡਾ ਸਾਥ ਲੈਂਦਾ ਮਨ, ਉਦੋਂ ਇਹ ਸਾਡਾ ਮਨ ਪ੍ਰੇਤ ਬਣ ਜਾਂਦਾ। ਅਤੇ ਮਹਾਰਾਜ ਕਹਿੰਦੇ ਇਹ ਜਿਹੜੇ ਪੰਜ ਆ, ਜਦੋਂ ਮਨ ਮਾਇਆ ਦੇ ਵਿੱਚ ਆ ਕੇ ਮੋਹ ਦੇ ਵਿੱਚ ਆ ਕੇ ਪ੍ਰੇਤ ਬਣ ਜਾਂਦਾ, ਇਹ ਪੰਜੇ ਜੰਮ ਦਾ ਰੂਪ ਧਾਰਨ ਕਰਕੇ ਅਤੇ ਜੰਮ ਦਾ ਡੰਡਾ ਸਿਰ 'ਚ ਮਾਰਦੇ। ਗੁਰੂ ਸਾਹਿਬ ਕਹਿੰਦੇ ਇਹ ਜੰਮ ਕੀ ਸਰਕਾਰ ਹੈ, ਇਹਨਾਂ ਉੱਪਰ ਜੰਮ ਕਾ ਡੰਡ ਕਰਾਰਾ। ਹੁਣ ਜਿਹੜਾ ਮਨ ਧਾਤ ਦੇ ਰਸਤੇ 'ਤੇ ਤੁਰਿਆ ਰਹਿੰਦਾ ਆ, ਕਰਮ ਦੇ ਨਾਲ ਵੱਜਾ, ਕੰਮ ਕਰਨਾ ਸਾਰਿਆਂ ਜ਼ਰੂਰੀ ਆ, ਤਨ ਨੂੰ ਪਾਲਣਾ, ਲੇਕਿਨ ਅਸੀਂ ਸਿਰਫ ਕਰਮ ਤੱਕ ਹੀ ਸੀਮਤ ਰਹਿ ਜਾਂਦੇ ਹਾਂ, ਕਾਮ ਕ੍ਰੋਧ ਹੰਕਾਰ ਦੇ ਵਿੱਚ ਹੀ ਪੈ ਰਹਿੰਦੇ ਹਾਂ, ਧਰਮ ਨੂੰ ਨਹੀਂ ਦ੍ਰਿੜ ਕਰਦੇ। ਅਤੇ ਫਿਰ ਮਹਾਰਾਜ ਕਹਿੰਦੇ ਮਨਮੁਖ ਇਹ ਮਨ ਬਣ ਜਾਂਦਾ। ਸਾਕਤ ਇਹਨੂੰ ਕਿਹਾ ਆ, ਇਹਨੂੰ ਪ੍ਰੇਤ ਕਿਹਾ ਆ। ਅਤੇ ਮਹਾਰਾਜ ਫਰਮਾਉਂਦੇ ਆ, ਕਹਿੰਦੇ ਮਨਮੁਖ ਜਮ ਮੱਗ ਪਾਇਨ ਜਿਨ ਦੂਜਾ ਭਾਉ ਪਿਆਰਾ। ਜਿਹੜਾ ਸਿਰਫ ਮਾਇਆ ਦੇ ਨਾਲ ਹੀ ਪਿਆਰ ਕਰਦੇ ਆ, ਮਾਇਆ ਦੇ ਪਦਾਰਥਾਂ ਨਾਲ ਹੀ ਪਿਆਰ ਪਾਈ ਰੱਖਦੇ ਆ, ਮੋਹ ਪਾਈ ਰੱਖਦੇ, ਅਤੇ ਮਹਾਰਾਜ ਕਹਿੰਦੇ ਉਹ ਫਿਰ ਜਮਾਂ ਦੇ ਮਾਰਗ 'ਤੇ ਤੁਰ ਪੈਂਦੇ, ਜਿਹੜੇ ਦੂਜੀ ਮਾਇਆ ਦੇ ਨਾਲ ਪਿਆਰ ਕਰਦੇ। ਦੂਜਾ ਕਾਲ ਨੂੰ ਕਿਹਾ ਹੈ, ਜਿਸ ਦਾਇਰੇ ਵਿੱਚ ਅਸੀਂ ਵਿਚਰਦੇ ਹਾਂ, ਜਿਹਨੂੰ ਮਹਾਰਾਜ ਕਹਿੰਦੇ ਖਸਮ ਛੋੜ ਪਰਮਾਤਮਾ ਨੂੰ ਛੱਡ ਕੇ ਖਸਮ ਛੋੜ ਦੂਜੇ ਲੱਗੇ, ਮਾਇਆ ਦੇ ਦੇਸ਼ ਵਿੱਚ ਲੱਗ ਗਏ, ਡੁੱਬੇ ਸੇਵਣ ਜਾ ਰਿਹਾ। ਮਹਾਰਾਜ ਕਹਿੰਦੇ ਉਹ ਫਿਰ ਡੁੱਬ ਜਾਂਦੇ ਆ। ਇਹ ਗੁਰਬਾਣੀ 'ਚ ਆਪਾਂ ਨੂੰ ਭੇਦ ਦਿੱਤਾ ਕਿ ਅਸੀਂ ਹੁਣ ਦੇਖਣਾ ਹੈ ਕਿ ਸਾਡਾ ਮਨ ਪ੍ਰੇਤ ਕਦੋਂ ਬਣਦਾ, ਜਦੋਂ ਧਾਤ ਦਾ ਰਸਤਾ ਅਖਤਿਆਰ ਕਰਦਾ, ਮਾਇਆ ਦੇ ਨਾਲ ਮੋਹ ਪਾ ਲੈਂਦਾ, ਤਮੋ ਗੁਣੀ ਰਸਤਾ ਅਖਤਿਆਰ ਕਰਦਾ, ਉਦੋਂ ਸਾਡਾ ਮਨ ਜਿਹੜਾ ਪ੍ਰੇਤ ਬਣ ਜਾਂਦਾ। ਹੁਣ ਸਰੀਰ ਨੂੰ ਪਿੰਜਰ ਕਿਹਾ ਗੁਰਬਾਣੀ ਵਿੱਚ, ਕਾਇਆ ਕਿਹਾ ਆ, ਪਿੰਡ ਕਿਹਾ ਆ, ਤਨ ਕਿਹਾ ਆ, ਦੇਹ ਕਿਹਾ ਆ, ਸਰੀਰ ਕਿਹਾ ਆ। ਗੁਰਬਾਣੀ 'ਚ ਸਰੀਰ ਨੂੰ ਪਿੰਜਰ ਵੀ ਕਿਹਾ ਆ। ਹੁਣ ਜਿਹੜਾ ਪ੍ਰੇਤ ਬਣਿਆ ਹੋਇਆ ਮਨ ਆ, ਉਹ ਕਿੱਥੇ ਵਸ ਰਿਹਾ ਆ? ਸਾਡੇ ਇਸ ਸਰੀਰ ਵਿੱਚ। ਇਸ ਸਰੀਰ ਨੂੰ ਪਿੰਜਰ ਕਿਹਾ ਆ। ਇਹਦੇ ਵਿੱਚ ਬੈਠਾ ਹੋਇਆ ਮਨ ਦੁਖੀ ਕਰਦਾ ਆ। ਮਹਾਰਾਜ ਕਹਿੰਦੇ ਪ੍ਰੇਤ ਪਿੰਜਰ ਮੈਂ ਦੁੱਖ ਕਨੇਰੇ। ਹੁਣ ਜਿਹੜਾ ਅਸੀਂ ਕਹਿੰਦੇ ਕਿ ਸਾਡਾ ਮਨ ਬੜਾ ਅਸ਼ਾਂਤ ਆ, ਮਨ ਤੋਂ ਅਸੀਂ ਬੜੇ ਦੁਖੀ ਆ, ਬਹੁਤ ਫੁਰਨੇ ਆਉਂਦੇ ਆ, ਵਿਚਾਰ ਆਉਂਦੇ ਆ, ਇਹ ਮਨ ਜਦੋਂ ਪ੍ਰੇਤ ਬਣਿਆ ਹੁੰਦਾ ਆ, ਮਾਇਆ ਦੇ ਵਿੱਚ ਲੱਗਾ ਰਹਿੰਦਾ ਆ, ਅਤੇ ਫਿਰ ਇਹ ਤਨ ਦੇ ਵਿੱਚ, ਇਸ ਪਿੰਜਰ ਦੇ ਵਿੱਚ ਬੈਠਾ ਸਾਨੂੰ ਦੁੱਖ ਦਿੰਦਾ। ਮਹਾਰਾਜ ਫਰਮਾਉਂਦੇ ਆ, ਕਹਿੰਦੇ ਪ੍ਰੇਤ ਪਿੰਜਰ ਮੈਂ ਦੁੱਖ ਕਨੇਰੇ, ਨਰਕ ਪਚੇ ਅਗਿਆਨ ਅੰਧੇਰੇ। ਜੇ ਨਰਕਾਂ ਦਾ ਭਾਗੀਦਾਰ ਬਣਿਆ ਰਹਿੰਦਾ ਮਨ ਸਾਡਾ। ਫਿਰ ਆਪਾਂ ਨੂੰ ਸੋਝੀ ਦਿੱਤੀ ਮਹਾਰਾਜ ਨੇ ਗੁਰਬਾਣੀ ਵਿੱਚ ਕਿ ਜਦੋਂ ਮਨ ਧਾਤ ਦੇ ਰਸਤੇ 'ਤੇ ਤੁਰਿਆ ਰਹਿੰਦਾ ਆ, ਉਸ ਵਕਤ ਇਹ ਭਗਤੀ ਤੋਂ ਹੀਣਾ ਰਹਿੰਦਾ। ਜਿਹੜਾ ਆਪਾਂ ਗੁਰੂ ਦੀ ਸ਼ਰਨ ਵਿੱਚ ਜਾਂਦੇ ਹਾਂ, ਗੁਰੂ ਸਾਹਿਬ ਸਾਨੂੰ ਭਗਤੀ ਮਾਰਗ ਸਮਝਾਉਂਦੇ ਆ, ਪਰ ਜਿਹੜੇ ਮਨਮੁਖ ਜੀਵ ਆ ਉਹ ਭਗਤੀ ਮਾਰਗ ਨੂੰ ਨਹੀਂ ਸਮਝਦੇ। ਉਹ ਸਮਝਦੇ ਕਰਮ ਪਹਿਲਾਂ ਆ ਅਤੇ ਧਰਮ ਬਾਅਦ ਵਿੱਚ ਆ। ਅਤੇ ਮਹਾਰਾਜ ਨੇ ਗੁਰਬਾਣੀ ਵਿੱਚ ਸਾਨੂੰ ਸਮਝਾਇਆ ਆ, ਕਹਿੰਦੇ ਕਰਮ ਦੇ ਨਾਲ ਧਰਮ ਦ੍ਰਿੜ ਕਰਨਾ ਹੈ। ਕਰਮ ਧਰਮ ਤੁਮ ਚੌਪੜ ਸਾਜੋ, ਸਾਚ ਕਰੋ ਤੁਮ ਸਾਰੀ। ਕਿ ਕਰਮ ਦੇ ਨਾਲ ਧਰਮ ਬਹੁਤ ਜ਼ਰੂਰੀ ਆ। ਜੇ ਸਿਰਫ ਕਰਮ ਨਾਲ ਹੀ ਬੱਝੇ ਰਹੇ, ਫਿਰ ਕਹਿੰਦੇ ਜਮਾਂ ਦੇ ਰਸਤੇ 'ਤੇ ਤੁਰੇ ਰਹਿੰਦੇ ਆ। ਜਦੋਂ ਸਵਾਸਾਂ ਦਾ ਭੰਡਾਰਾ ਖਤਮ ਹੋ ਗਿਆ, ਫਿਰ ਕਰਮ ਦੇ ਵਿੱਚ ਹੀ ਫਿਰ ਸਾਨੂੰ ਪਾ ਦਿੱਤਾ ਜਾਂਦਾ। ਅਤੇ ਮਹਾਰਾਜ ਕਹਿੰਦੇ ਜਦੋਂ ਫਿਰ ਇਸ ਅਵਸਥਾ 'ਚ ਮਨ ਜਾਂਦਾ ਆ, ਤਾਂ ਫਿਰ ਆ ਜਿਹੜਾ ਪ੍ਰੇਤ ਬਣਿਆ ਹੋਇਆ ਮਨ, ਇਹਨੂੰ ਹੀ ਸੂਖਮ ਕੱਪੜਾ ਦੇ ਦਿੱਤਾ ਜਾਂਦਾ ਪ੍ਰੇਤ ਦਾ ਹੀ। ਇੱਕ ਤਾਂ ਪ੍ਰੇਤ ਹੈਗਾ ਆ ਸਾਡੇ ਮਨ ਨੂੰ ਕਿਹਾ, ਇੱਕ ਪ੍ਰੇਤ ਹੈਗੀ ਜੂਨ। ਅਤੇ ਮਹਾਰਾਜ ਨੇ ਆਪਾਂ ਨੂੰ ਗੁਰਬਾਣੀ ਵਿੱਚ ਦੱਸਿਆ ਆ, ਹਰ ਭਗਤ ਭਾਵਹੀਨੰਗ ਨਾਨਕ ਪ੍ਰਭ ਬਿਸਰਤ ਤੇ ਪ੍ਰਿਤ ਹੈ। ਕਹਿੰਦੇ ਕਿ ਜੇ ਪਰਮਾਤਮਾ ਨੂੰ ਵਿਸਾਰ ਦਿੱਤਾ, ਭਗਤੀ ਤੋਂ ਹੀਨੇ ਹੋ ਗਏ, ਪਰਮਾਤਮਾ ਨੂੰ ਵਿਸਾਰ ਕੇ ਮਨ ਪ੍ਰੇਤ ਹੋ ਜਾਂਦਾ। ਹੁਣ ਜਦੋਂ ਫਿਰ ਆਪਾਂ ਗੁਰਬਾਣੀ ਰਾਹੀਂ ਸੋਝੀ ਲੈਂਦੇ ਹਾਂ ਕਿ ਅਸੀਂ ਕਿੱਥੇ ਬੈਠਾ ਸਾਡਾ ਮਨ, ਕਿ ਅਸੀਂ ਭਗਤੀ ਕਰਦੇ ਹਾਂ ਕਿ ਸਿਰਫ ਅਸੀਂ ਮਾਇਆ ਦੇ ਦੇਸ਼ ਵਿੱਚ ਹੀ ਵਿਚਰੇ ਰਹਿੰਦੇ ਹਾਂ, ਉੱਥੇ ਹੀ ਅਸੀਂ ਸਵਾਸ ਖਰਚ ਕਰੀ ਜਾਂਦੇ ਹਾਂ। ਅਤੇ ਮਹਾਰਾਜ ਫਿਰ ਦੱਸਦੇ ਆ, ਜੇ ਲਿਵ ਦਾ ਰਸਤਾ ਨਹੀਂ ਇਖਤਿਆਰ ਕੀਤਾ, ਜਿਹੜਾ ਭਾਗਾਂ ਤੋਂ ਹੀਨਾ ਆ, ਭਗਤੀ ਨਹੀਂ ਕਰਦਾ, ਉਹ ਧਾਤ ਦਾ ਰਸਤਾ ਇਖਤਿਆਰ ਕਰਦਾ। ਅਤੇ ਜੇ ਅਸੀਂ ਲਿਵ ਦਾ ਰਸਤਾ ਨਹੀਂ ਇਖਤਿਆਰ ਕੀਤਾ, ਜਤ ਸਤ ਸੰਜਮ ਸੀਲ ਨਹੀਂ ਰੱਖਿਆ, ਸਹਿਣਸ਼ੀਲਤਾ ਜਸ ਸੰਤੋਖ ਦਾ ਰਸਤਾ ਨਹੀਂ ਤਿਆਰ ਕੀਤਾ, ਫਿਰ ਮਹਾਰਾਜ ਕਹਿੰਦੇ ਜਤ ਸਤ ਸੰਜਮ
ਸੀਲ ਨਾ ਰਾਖਿਆ ਪ੍ਰੇਤ ਪਿੰਜਰ ਮੈਂ ਕਾਸਟ ਪਿਆ। ਹੁਣ ਗੁਰਬਾਣੀ ਜਦੋਂ ਅਸੀਂ ਪੜ੍ਹਦੇ ਹਾਂ, ਗੁਰਬਾਣੀ ਵਿੱਚ ਸਾਨੂੰ ਪਤਾ ਲੱਗ ਗਿਆ ਕਿ ਪਿੰਜਰ ਸਾਡੇ ਸਰੀਰ ਨੂੰ ਕਿਹਾ ਹੈ, ਅਤੇ ਜਿਹੜਾ ਮਨ ਪ੍ਰੇਤ ਬਣਿਆ ਹੋਇਆ ਉਹ ਇਸ ਪਿੰਜਰ ਵਿੱਚ ਵੱਸਦਾ ਹੈ। ਅਤੇ ਫਿਰ ਮਹਾਰਾਜ ਨੇ ਆਪਾਂ ਨੂੰ ਕਿਹਾ ਕਿ ਹੁਣ ਇਹੀ ਮਨ ਸਾਡਾ ਪ੍ਰੇਤ ਬਣਿਆ ਦੁਖੀ ਕਰਦਾ ਹੈ, ਜਿਹੜੇ ਸਾਨੂੰ ਅਫੁਰਨੇ ਵਿਚਾਰ ਆਉਂਦੇ ਆ, ਤ੍ਰੈ ਗੁਣਾਂ ਦੇ ਵਿੱਚ ਅਸੀਂ ਹਰ ਵਕਤ ਪੈ ਰਹਿੰਦੇ ਹਾਂ। ਅਤੇ ਗੁਰੂ ਸਾਹਿਬ ਨੇ ਫਿਰ ਆਪਾਂ ਨੂੰ ਗੁਰਬਾਣੀ ਵਿੱਚ ਸਮਝਾਇਆ, ਕਹਿੰਦੇ ਜਿਹੜੀ ਆ ਸਾਡੀ ਦੇਹ ਸਾਨੂੰ ਮਿਲੀ ਆ, ਇਹ ਬੜੇ ਚਿਰਾਂ ਬਾਅਦ ਮਿਲੀ ਆ। ਚਿਰੰਕਾਲ ਪਾਈ ਦੁਰਲੱਭ ਦੇ, ਕਿ ਬਹੁਤ ਹੀ ਲੰਬੇ ਸਮੇਂ ਤੋਂ ਬਾਅਦ ਸਾਨੂੰ ਇਹ ਮਾਨਸ ਜਾਮਾ ਮਿਲਿਆ। ਅਤੇ ਜੇ ਅਸੀਂ ਨਾਮ ਨਹੀਂ ਜਪਦੇ ਫਿਰ ਖੇ ਆ। ਫਿਰ ਗੁਰੂ ਸਾਹਿਬ ਨੇ ਆਪਾਂ ਨੂੰ ਸਮਝਾਇਆ ਦੇ ਪਸ਼ੂ ਪ੍ਰੇਤ ਮੁਗਧ ਤੇ ਬੁਰੀ। ਮਹਾਰਾਜ ਕਹਿੰਦੇ ਚਿਰੰਕਾਲ ਪਾਈ ਦੁਰਲੱਭ ਦੇ, ਮਾਨਸ ਜਾਮਾ ਜਿਹੜਾ ਸਾਨੂੰ ਮਿਲਿਆ ਮਹਾਰਾਜ ਨੇ ਬਖਸ਼ਿਸ਼ ਕੀਤਾ ਆ। ਕਹਿੰਦੇ ਨਾਮ ਵੀ ਹੋਣੀ ਹੋਈ ਖੇ, ਪਸ਼ੂ ਪ੍ਰੇਤ ਮੁਗਧ ਤੇ ਬੁਰੀ, ਤਿਸੇ ਨਾ ਬੂਝੈ ਜਿਨ ਇਹ ਸਿਰੀ। ਕਿ ਜਿਸ ਨੇ ਸਿਰਜਣਾ ਕੀਤੀ ਸਾਡੀ, ਜਿਸ ਨੇ ਸਾਨੂੰ ਸੰਸਾਰ 'ਚ ਭੇਜਿਆ ਪਰਮਾਤਮਾ ਨੇ, ਜੇ ਅਸੀਂ ਉਸ ਨੂੰ ਨਹੀਂ ਬੁੱਝਿਆ, ਨਾਮ ਨੂੰ ਹਾਸਲ ਨਹੀਂ ਕੀਤਾ, ਅਤੇ ਫਿਰ ਮਹਾਰਾਜ ਕਹਿੰਦੇ ਇਹ ਖੇ ਆ ਸਾਡੀ ਜਿਹੜੀ ਇਹਦੇ। ਅਤੇ ਮਹਾਰਾਜ ਸਾਨੂੰ ਫਿਰ ਸਮਝਾਉਂਦੇ ਆ, ਕਹਿੰਦੇ ਕਿ ਜਦੋਂ ਫਿਰ ਅਸੀਂ ਇਸ ਸੰਸਾਰ ਵਿੱਚ ਵਿਚਰਦੇ ਹਾਂ, ਸੰਸਾਰ ਵਿੱਚ ਵਿਚਰਦੇ ਹਾਂ ਜਿਹੜਾ ਮਨ ਪ੍ਰੇਤ ਬਣਿਆ ਹੋਇਆ ਉਹ ਹਮੇਸ਼ਾ ਦੁਖੀ ਰਹਿੰਦਾ, ਤ੍ਰੈ ਗੁਣਾਂ ਦੇ ਵਿੱਚ ਧਾਤ ਦਾ ਰਸਤਾ ਅਖਤਿਆਰ ਕਰੀ ਰੱਖਦਾ। ਅਤੇ ਫਿਰ ਮਹਾਰਾਜ ਨੇ ਇਹ ਸਮਝਾਇਆ ਕਿ ਪਸ਼ੂ ਪ੍ਰੇਤ ਮੁਗਧ ਤੇ ਬੁਰੀ। ਇੱਕ ਮਨ ਨੂੰ ਪ੍ਰੇਤ ਕਿਹਾ ਆ, ਇੱਕ ਜੂਨ ਪ੍ਰੇਤ ਆ। ਗੁਰੂ ਸਾਹਿਬ ਗੁਰਬਾਣੀ ਕਹਿੰਦੇ ਆ ਪਸ਼ੂ ਪ੍ਰੇਤ ਮੁਗਧ ਤੇ ਬੁਰੀ, ਅਤੇ ਮੁਗਧ ਕਿਆ ਮਹਾਂਮੂਰਖ ਜਿਹੜਾ ਹੁੰਦਾ। ਅਤੇ ਫਿਰ ਮਹਾਰਾਜ ਕਹਿੰਦੇ ਪਸ਼ੂ ਜਿਹੜੇ ਆਪਾਂ ਦੇਖਦੇ ਹਾਂ ਸੰਸਾਰ ਵਿੱਚ, ਪ੍ਰੇਤ ਜਿਨ੍ਹਾਂ 'ਤੇ ਸੂਖਮ ਆਕਾਰ ਦਿੱਤਾ ਜਾਂਦਾ। ਜਦੋਂ ਸਾਡਾ ਮਨ ਅੰਤ ਸਮੇਂ ਘਰ ਦੇ ਵਿੱਚ ਧਿਆਨ ਰੱਖਦਾ ਹੈ, ਉਸ ਵਕਤ ਸਾਡੇ ਸਵਾਸ ਜਦੋਂ ਖਤਮ ਹੋ ਜਾਂਦੇ ਆ, ਅਤੇ ਮਹਾਰਾਜ ਗੁਰਬਾਣੀ ਵਿੱਚ ਦੱਸਦੇ ਆ ਕਿ ਐਸੀ ਚਿੰਤਾ 'ਚ ਜਿਹੜਾ ਪੂਰਾ ਹੋ ਜਾਂਦਾ ਆ, ਸਵਾਸ ਖਤਮ ਹੋ ਜਾਂਦੇ ਆ, ਉਹਨੂੰ ਪ੍ਰੇਤ ਜਾਮਾ ਮਿਲਦਾ ਹੈ। ਪ੍ਰੇਤ ਵੀ ਇੱਕ ਜੂਨ ਆ। ਉਹੀ ਪ੍ਰੇਤ ਸਾਡੇ ਮਨ ਨੂੰ ਕਿਹਾ ਹੈ ਕਿ ਜੇ ਅਸੀਂ ਨਾਮ ਨਹੀਂ ਜਪਦੇ ਅਸੀਂ ਵੀ ਪ੍ਰੇਤਾਂ ਵਰਗੇ ਹਾਂ। ਅਤੇ ਫਿਰ ਮਹਾਰਾਜ ਕਹਿੰਦੇ ਆ ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿ ਜੇ ਮਰੇ। ਕਿ ਅੰਤ ਕਾਲ ਜਦੋਂ ਅੰਤ ਸਮਾਂ ਆਉਂਦਾ ਆ, ਸਵਾਸ ਖਤਮ ਹੁੰਦੇ ਆ, ਘਰ 'ਚ ਧਿਆਨ ਰਹਿ ਗਿਆ, ਘਰ ਬੜਾ ਵਧੀਆ ਬਣਾਇਆ, ਉਹਦੇ ਵਿੱਚ ਰਹਿਣਾ ਨਹੀਂ ਮਿਲਿਆ, ਅਤੇ ਹਰ ਵਕਤ ਕਿਉਂਕਿ ਸਰੀਰ ਵਾਸਤੇ ਜਿਹੜਾ ਅਸੀਂ ਘਰ ਬਣਾਇਆ ਹੋਇਆ ਜਿਹਦੇ ਵਿੱਚ ਅਸੀਂ ਵਿਚਰਦੇ ਹਾਂ, ਜੇ ਅੰਤ ਸਮੇਂ ਉਹਦੇ ਵਿੱਚ ਧਿਆਨ ਰਹਿ ਗਿਆ, ਅਤੇ ਮਹਾਰਾਜ ਕਹਿੰਦੇ ਪ੍ਰੇਤ ਜੋਨ ਵਲ ਵਲ ਔਤਰੇ। ਕਹਿੰਦੇ ਫਿਰ ਪ੍ਰੇਤ ਜੋਨ ਮਿਲਦੀ ਆ, ਉਹ ਸੂਖਮ ਆਕਾਰ ਹੁੰਦੇ ਆ। ਜਿਵੇਂ ਹੁਣ ਆਪਣੇ 'ਤੇ ਸੂਖਮ ਆਕਾਰ 'ਤੇ ਆ ਸਰੀਰ ਦਿੱਤਾ ਗਿਆ, ਦ੍ਰਿਸ਼ਟਮਾਨ ਸਾਨੂੰ ਦਿਖਾਈ ਦਿੰਦਾ। ਜਿਹੜੀ ਜੂਨ ਹੁੰਦੀ ਆ ਪ੍ਰੇਤ, ਉਹ ਸੂਖਮ ਆਕਾਰ ਉਹਦੇ 'ਤੇ ਦਿੱਤਾ ਜਾਂਦਾ। ਮਨ ਸਾਡਾ ਉਹੀ ਹੁੰਦਾ ਅਤੇ ਉਹਦੇ 'ਤੇ ਆਕਾਰ ਬਦਲ ਦਿੱਤਾ ਜਾਂਦਾ। ਫਿਰ ਮਹਾਰਾਜ ਨੇ ਆਪਾਂ ਨੂੰ ਗੁਰਬਾਣੀ ਵਿੱਚ ਦੱਸਿਆ ਆ ਕਿ ਇਹ ਜੂਨਾਂ ਆ, ਪਸ਼ੂ ਦੀ, ਪੰਖੀ ਦੀ, ਭੂਤ ਅਤੇ ਪ੍ਰੇਤ। ਇਹ ਬਹੁਤ, ਜਿਵੇਂ ਮਾਨਸ ਜਾਮੇ 'ਚ ਅਸੀਂ ਬਹੁਤ ਜਾਣੇ ਤੁਰ ਰਹੇ ਹਾਂ, ਇੱਦਾਂ ਹੀ ਇਹ ਵੀ ਸੂਖਮ ਆਕਾਰ ਬਹੁਤ ਨੇ। ਗੁਰੂ ਸਾਹਿਬ ਫਰਮਾਉਂਦੇ ਆ ਪਸ਼ੂ ਪੰਖੀ ਭੂਤ ਔਰ ਪ੍ਰੇਤਾ ਬਹੁਬਿਧ ਜੂਨੀ ਫਿਰਤ ਅਨੇਤਾ। ਕਿ ਜਿਵੇਂ ਮਾਨਸ ਜਾਮੇ 'ਚ ਅਸੀਂ ਜੂਨਾਂ 'ਚ ਆਏ ਹੋਏ ਹਾਂ, ਇਹ ਸਾਰਿਆਂ ਨੂੰ ਦੁਰਲੱਭ ਦੱਸੀ, ਅਤੇ ਅਸੀਂ ਸਾਰੇ ਮਾਨਸ ਜਾਮੇ 'ਚ ਇੱਕ ਦੂਜੇ ਨੂੰ ਦੇਖ ਰਹੇ ਦ੍ਰਿਸ਼ਟਮਾਨ ਰੂਪ ਵਿੱਚ। ਇੱਦਾਂ ਹੀ ਪਸ਼ੂਆਂ ਦੀਆਂ ਬਹੁਤ ਜੂਨਾਂ ਆ, ਬਹੁਤ ਸਾਰੇ ਪਸ਼ੂ ਵੀ ਆਪਾਂ ਦੇਖਦੇ ਹਾਂ। ਇੱਦਾਂ ਹੀ ਮਹਾਰਾਜ ਕਹਿੰਦੇ ਆ ਪੰਖੀ ਆ, ਪੰਛੀ ਅਸੀਂ ਦੇਖਦੇ ਹਾਂ। ਇੱਦਾਂ ਹੀ ਫਿਰ ਭੂਤ ਅਤੇ ਪ੍ਰੇਤ ਨੇ, ਉਹ ਹੈਗੇ ਆ ਸੂਖਮ ਆਕਾਰ, ਜਿਹੜੇ ਸਾਨੂੰ ਦਿਖਾਈ ਨਹੀਂ ਦਿੰਦੇ। ਉਹ ਉਦੋਂ ਦਿਖਾਈ ਦਿੰਦੇ ਜਦੋਂ ਸਾਡੀ ਦਿਵ ਦ੍ਰਿਸ਼ਟੀ ਹੁੰਦੀ ਹੈ, ਉਹ ਵੀ ਇੱਥੇ ਸੂਖਮ ਦੇ ਵਿੱਚ ਹੁੰਦੇ ਆ, ਲੇਕਿਨ ਸਾਨੂੰ ਨਹੀਂ ਦਿਸਦੇ। ਅਤੇ ਉਦੋਂ ਦਿਸਦੇ ਜਦੋਂ ਸਾਡਾ ਮਨ ਜਿਹੜਾ ਪਾਰਦਰਸ਼ੀ ਹੋ ਜਾਂਦਾ। ਫਿਰ ਗੁਰਬਾਣੀ 'ਚ ਆਪਾਂ ਨੂੰ ਸਮਝਾਇਆ ਕਿ ਹੁਣ ਜਿਹੜਾ ਸਾਡਾ ਮਨ ਪ੍ਰੇਤ ਬਣਿਆ ਹੋਇਆ ਆ, ਪਹਿਲਾਂ ਮਾਨਸ ਇਹਨੇ ਬਣਨਾ ਆ, ਫਿਰ ਇਹਨੇ ਦੇਵਤਾ ਬਣ ਕੇ, ਅਤੇ ਫਿਰ ਇਹਨੇ ਪਰਮਹੰਸ ਬਣਨਾ। ਹੁਣ ਕਿਵੇਂ ਇਹ ਜਿਹੜਾ ਮਨ ਆ, ਇਹ ਪ੍ਰੇਤ ਬਣਿਆ ਹੋਇਆ ਮਾਨਸ ਜਾਮੇ 'ਚ ਆਵੇ। ਜਦੋਂ ਆਪਾਂ ਸਿਮਰਨ ਕਰਦੇ ਹਾਂ, ਸਿਮਰਨ ਕਰਦਿਆਂ ਹੋਇਆਂ ਜਦੋਂ ਸਾਡਾ ਮਨ ਵਿਚਾਰਾਂ ਤੋਂ ਰਹਿਤ ਹੋ ਜਾਂਦੀ ਸੀ, ਸੁੰਨ ਵਿੱਚ ਚਲੇ ਜਾਂਦੇ ਹਾਂ,
ਇਹ ਮਾਨਸ ਰੂਪ ਧਾਰਨ ਕਰ ਲੈਂਦਾ, ਕਿਉਂਕਿ ਇਹ ਧਾਤ ਦਾ ਰਸਤਾ ਛੱਡ ਜਾਂਦਾ। ਤ੍ਰੈਗੁਣਾ ਤੋਂ ਅਤੀਤ ਜਦੋਂ ਸਾਡਾ ਮਨ ਹੋ ਜਾਂਦਾ, ਫੁਰਨਿਆਂ ਤੋਂ ਰਹਿਤ ਹੋ ਜਾਂਦਾ, ਉਦੋਂ ਇਹ ਮਨ ਸੁੰਨ ਵਿੱਚ ਜਦੋਂ ਅਸੀਂ ਚਲੇ ਜਾਂਦੇ ਹਾਂ, ਇਹ ਮਾਨਸ ਬਣ ਜਾਂਦਾ ਪ੍ਰੇਤ ਤੋਂ। ਅਤੇ ਫਿਰ ਜਦੋਂ ਅਸੀਂ ਵਾਰ-ਵਾਰ ਸੁੰਨ ਦੇ ਵਿੱਚ ਜਾਂਦੇ ਹਾਂ, ਸੁੰਨ 'ਚ ਜਦੋਂ ਸ਼ਬਦ ਪ੍ਰਗਟ ਹੋ ਜਾਂਦਾ, ਅਨਹਦ ਸ਼ਬਦ ਪ੍ਰਗਟ ਹੋ ਜਾਂਦਾ, ਉਸ ਵਕਤ ਇਹ ਪ੍ਰੇਤ ਤੋਂ ਦੇਵਤਾ ਬਣ ਜਾਂਦਾ। ਗੁਰਬਾਣੀ 'ਚ ਆਪਾਂ ਨੂੰ ਫਿਰ ਸਮਝਾਇਆ ਆ, ਕਹਿੰਦੇ ਕਿ ਜਦੋਂ ਅਸੀਂ ਸਿਮਰਨ ਕਰਦੇ ਹਾਂ, ਸਿਮਰਨ ਕਰਕੇ ਤ੍ਰੈਗੁਣਾ ਤੋਂ ਮਨ ਅਤੀਤ ਹੋ ਗਿਆ, ਵਿਚਾਰਾਂ ਤੋਂ ਰਹਿਤ ਹੋ ਗਿਆ, ਜਿੱਥੇ ਫੁਰਨਾ ਨਹੀਂ ਕੋਈ, ਉੱਥੇ ਫਿਰ ਇਹ ਮਾਨਸ ਬਣ ਜਾਂਦਾ। ਮਾਨਸ ਤੋਂ ਜਦੋਂ ਸ਼ਬਦ ਪ੍ਰਗਟ ਹੋ ਗਿਆ ਸੁੰਨ ਦੇ ਵਿੱਚ ਜਾ ਕੇ, ਫਿਰ ਇਹੀ ਮਨ ਜਿਹੜਾ ਆ ਦੇਵਤਾ ਬਣ ਜਾਂਦਾ, ਜਿਹਨੂੰ ਮਹਾਰਾਜ ਕਹਿੰਦੇ ਸਤਿਗੁਰ ਦੀ ਸ਼ਰਨ ਵਿੱਚ ਜਦੋਂ ਅਸੀਂ ਜਾਂਦੇ ਹਾਂ, ਸਤਿਗੁਰ ਦੁਆਰਾ ਸਾਡੇ ਮਨ 'ਤੇ ਜਿਹੜੀ ਲੱਗੀ ਹੋਈ ਮੈਲ ਆ ਉਹ ਉਤਾਰਨ ਦਾ ਭੇਦ ਦਿੱਤਾ ਜਾਂਦਾ। ਫਿਰ ਜਦੋਂ ਮਨ ਨਹਾਉਂਦਾ ਆ, ਮੈਲ ਲਾਹੁੰਦਾ ਆ, ਵਿਚਾਰਾਂ ਤੋਂ ਰਹਿਤ ਹੋ ਜਾਂਦਾ, ਇਹ ਪਸ਼ੂ ਪ੍ਰੇਤਾਂ ਤੋਂ ਫਿਰ ਦੇਵਤਾ ਬਣ ਜਾਂਦਾ। ਗੁਰੂ ਸਾਹਿਬ ਫਰਮਾਉਂਦੇ ਸਤਿਗੁਰ ਪਾਈਐ ਪੂਰਾ ਨਾਵਣ। ਜਦੋਂ ਸਤਿਗੁਰ ਦੀ ਸ਼ਰਨ ਵਿੱਚ ਚਲੇ ਜਾਂਦੇ ਹਾਂ, ਸਾਨੂੰ ਸੋਝੀ ਆ ਜਾਂਦੀ ਆ ਕਿਵੇਂ ਮਨ ਦੀ ਮੈਲ ਲੱਥਣੀ ਆ, ਕਿਵੇਂ ਮਨ ਨੂੰ ਵਿਚਾਰਾਂ ਤੋਂ ਰਹਿਤ ਕਰਨਾ, ਕਿਵੇਂ ਇਹਨੇ ਨਾਮ ਨੂੰ ਸੁਣਨਾ। ਗੁਰੂ ਸਾਹਿਬ ਫਰਮਾਉਂਦੇ ਸਤਿਗੁਰ ਪਾਈਐ ਪੂਰਾ ਨਾਵਣ ਪਸ਼ੂ ਪ੍ਰੇਤੋ ਦੇਵ ਕਰੇ, ਕਿ ਪਸ਼ੂ ਤੋਂ ਪ੍ਰੇਤਾਂ ਤੋਂ ਇਹ ਮਨ ਜਿਹੜਾ ਆ ਦੇਵਤਾ ਬਣ ਜਾਂਦਾ। ਜਿੱਥੇ ਮਹਾਰਾਜ ਨੇ ਇਹਨਾਂ ਦੀ ਤੁਲਨਾ ਕੀਤੀ ਕਿ ਪਸ਼ੂ ਪ੍ਰੇਤਾਂ ਤੋਂ ਵੀ ਇਹ ਭੈੜਾ ਆ, ਇਹ ਤਾਂ ਇਹ ਆਪ ਵੀ ਪ੍ਰੇਤ ਬਣਿਆ ਹੋਇਆ ਮਨ। ਅਤੇ ਜਦੋਂ ਅਸੀਂ ਸਿਮਰਨ ਕਰਦੇ ਹਾਂ, ਸਿਮਰਨ ਕਰਕੇ ਮਨ ਵਿਚਾਰਾਂ ਤੋਂ ਰਹਿਤ ਹੋ ਜਾਂਦਾ, ਮਾਨਸ ਬਣ ਜਾਂਦਾ। ਫਿਰ ਮਾਨਸ ਤੋਂ ਜਦੋਂ ਸੁੰਨ ਵਿੱਚ ਚਲਾ ਜਾਂਦਾ, ਅਨਹਦ ਸ਼ਬਦ ਨੂੰ ਸੁਣਦਾ, ਉਦੋਂ ਫਿਰ ਇਹ ਦੇਵਤਾ ਬਣ ਜਾਂਦਾ, ਜਿਹਨੂੰ ਮਹਾਰਾਜ ਗੁਰਬਾਣੀ 'ਚ ਭੇਦ ਦਿੰਦੇ ਆ, ਦੈਵ ਸਥਾਨੇ ਕਿਆ ਨਿਸ਼ਾਨੀ ਤਹਿ ਬਾਜੇ ਸ਼ਬਦ ਅਨਾਹਦ ਬਾਣੀ, ਕਿ ਜਿੱਥੇ ਸਾਨੂੰ ਅਨਹਦ ਬਾਣੀ ਸੁਣਨ ਲੱਗ ਪੈਂਦੀ ਆ ਉਹ ਦੇਵ ਲੋਕ ਆ। ਅਤੇ ਸਾਡਾ ਮਨ ਜਦੋਂ ਅਨਹਦ ਸ਼ਬਦ ਅਨਹਦ ਬਾਣੀ ਸੁਣਦਾ, ਇਹ ਪ੍ਰੇਤ ਤੋਂ ਦੇਵਤਾ ਬਣ ਜਾਂਦਾ, ਜਿਹਨੂੰ ਮਹਾਰਾਜ ਕਹਿੰਦੇ ਪ੍ਰੇਤੋ ਕੀ ਤੋਨ ਦੇਵਤਾ, ਕਿ ਜਦੋਂ ਪ੍ਰੇਤ ਤੋਂ ਮਨ ਨੂੰ ਦੇਵਤਾ ਬਣਾ ਦਿੰਦਾ ਮਾਲਕ, ਕਿਰਪਾ ਕਰਦੇ ਆ। ਫਿਰ ਮਹਾਰਾਜ ਨੇ ਆਪਾਂ ਨੂੰ ਦੱਸਿਆ ਹੈ ਕਿ ਜਦੋਂ ਫਿਰ ਨਾਮ ਦੇ ਵਿੱਚ ਸਾਡਾ ਧਿਆਨ ਲੱਗ ਜਾਂਦਾ, ਜਦੋਂ ਨਾਮ 'ਚ ਪੂਰਾ ਅਸੀਂ ਧਿਆਨ ਲਾ ਲੈਂਦੇ ਹਾਂ, ਨਾਦ ਵਿੱਚ ਸਮਾ ਜਾਂਦਾ ਮਨ, ਸੱਚ ਦੇ ਸਨਮੁਖ ਹੋ ਜਾਂਦਾ, ਅਤੇ ਮਹਾਰਾਜ ਕਹਿੰਦੇ ਇਹ ਜਿਹੜਾ ਪ੍ਰੇਤ ਆ ਬਿਨਸ ਜਾਂਦਾ, ਪ੍ਰੇਤ ਤੋਂ ਮਨ ਉੱਪਰ ਉੱਠ ਜਾਂਦਾ, ਜਿਹਨੂੰ ਮਹਾਰਾਜ ਕਹਿੰਦੇ ਚਰਨ ਕਮਲ ਸਿਉ ਲਾਗੋ ਹੇਤ। ਹੁਣ ਗੁਰੂ ਸਾਹਿਬ ਸਾਨੂੰ ਸੋਝੀ ਦੇ ਰਹੇ ਆ, ਪਹਿਲਾਂ ਭੇਦ ਦੇ ਰਿਹਾ ਕਿ ਮਨ ਪ੍ਰੇਤ ਬਣਿਆ ਹੋਇਆ। ਫਿਰ ਗੁਰੂ ਸਾਹਿਬ ਨੇ ਦੱਸਿਆ ਕਿ ਪ੍ਰੇਤ ਤੋਂ ਦੇਵਤਾ ਕਿਵੇਂ ਬਣਦਾ, ਦੇਵਤੇ ਤੋਂ ਫਿਰ ਇਹ ਪਰਮਹੰਸ ਕਿਵੇਂ ਬਣਦਾ, ਜਿਹੜਾ ਇਹਦਾ ਅਸਲੀ ਸਰੂਪ ਆ ਪਰਮਹੰਸ ਸੀ, ਮਾਲਕ ਦੇ ਨਾਲ ਮਿਲ ਕੇ ਫਿਰ ਇਹਨੇ ਪਰਮਹੰਸ ਬਣਨਾ। ਅਤੇ ਜਦੋਂ ਸਾਡੀ ਪਰਮਾਤਮਾ ਦੇ ਚਰਨਾਂ 'ਚ ਸੁਰਤੀ ਜੁੜ ਜਾਂਦੀ, ਹੁਣ ਪਰਮਾਤਮਾ ਦੇ ਚਰਨ ਕਿਹੜੇ ਆ? ਸ਼ਬਦ ਗੁਰੂ। ਗੁਰੂ ਸਾਹਿਬ ਫਰਮਾਉਂਦੇ ਆ, ਗੁਰ ਕੇ ਚਰਨ ਸਰੇਵਨੇ ਤੀਰਥ ਹਰ ਕਾ ਨਾਉ, ਅੱਗੇ ਦਰਗਹਿ ਮੰਨੀਏ ਮਿਲੇ ਨ ਥਾਵੇਂ ਥਾਉ, ਕਿ ਜਦੋਂ ਸਾਡੀ ਸੁਰਤੀ ਚਰਨਾਂ ਨਾਲ ਜੁੜ ਜਾਂਦੀ, ਨਾਮ ਨਾਲ ਜੁੜ ਜਾਂਦੀ, ਨਾਦ ਨਾਲ ਜੁੜ ਜਾਂਦੀ, ਅਤੇ ਉਸ ਵਕਤ ਸਾਡਾ ਮਨ ਪ੍ਰੇਤ ਤੋਂ ਉੱਪਰ ਉੱਠ ਜਾਂਦਾ। ਅਤੇ ਮਹਾਰਾਜ ਕਹਿੰਦੇ ਇਹ ਪ੍ਰੇਤ ਬਿਨਸ ਜਾਂਦਾ, ਇਹ ਆਪਣੇ ਅਸਲੀ ਸਰੂਪ ਵਿੱਚ ਆ ਜਾਂਦਾ। ਗੁਰੂ ਸਾਹਿਬ ਫਰਮਾਉਂਦੇ ਆ, ਚਰਨ ਕਮਲ ਸਿਉ ਲਾਗੋ ਹੇਤ ਖਿਨ ਮੈਂ ਬਿਨਸਿਓ ਮਹਾਪ੍ਰੇਤ, ਕਿ ਖਿਨ ਦੇ ਵਿੱਚ ਹੀ ਜਿਹੜਾ ਇਹ ਮਹਾਪ੍ਰੇਤ ਬਣਿਆ ਹੋਇਆ ਮਨ, ਇਹ ਖਿਨ ਦੇ ਵਿੱਚ ਹੀ ਬਦਲ ਜਾਂਦਾ, ਇਹ ਆਪਣੇ ਅਸਲੀ ਸਰੂਪ 'ਚ ਆ ਜਾਂਦਾ। ਅਤੇ ਅਸਲੀ ਸਰੂਪ ਸਾਡੇ ਮਨ ਦਾ ਕੀ ਹੈ? ਮਹਾਰਾਜ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਸਾਡਾ ਮਨ ਜੋਤ ਸਰੂਪ ਆ, ਇਹਨੇ ਆਪਣੇ ਮੂਲ ਦੀ ਪਹਿਚਾਣ ਕਰਨੀ ਹੈ। ਅਤੇ ਮਹਾਰਾਜ ਕਹਿੰਦੇ ਫਿਰ ਪਹਿਚਾਣ ਸਾਨੂੰ ਕਦੋਂ ਹੁੰਦੀ ਹੈ ਮੂਲ ਦੀ? ਜਦੋਂ ਅਸੀਂ ਸੱਚ ਨੂੰ ਮਿਲ ਲੈਂਦੇ ਹਾਂ, ਪਰਮਾਤਮਾ ਨੂੰ ਮਿਲ ਲੈਂਦੇ ਹਾਂ, ਫਿਰ ਇਹ ਜਿਹੜਾ ਸਾਡਾ ਮਨ ਪ੍ਰੇਤ ਤੋਂ ਦੇਵਤਾ ਬਣ ਕੇ ਜਦੋਂ ਆਤਮਿਕ ਰੂਪ ਹੋ ਕੇ ਮਾਲਕ ਨਾਲ ਮਿਲਦਾ ਆ, ਅਤੇ ਫਿਰ ਇਹ ਮਹਾਪ੍ਰੇਤ ਤੋਂ ਉੱਪਰ ਉੱਠ ਜਾਂਦਾ, ਪਰਮਹੰਸ ਬਣ ਜਾਂਦਾ। ਇਹ ਮਹਾਰਾਜ ਨੇ ਆਪਾਂ ਨੂੰ ਭੇਦ ਦਿੱਤਾ ਆ ਕਿ ਪ੍ਰੇਤ ਬਣੇ ਹੋਏ ਮਨ ਨੂੰ ਵਾਪਸ ਪਰਮਹੰਸ ਕਿਵੇਂ ਬਣਾਉਣਾ। ਫਿਰ ਮਹਾਰਾਜ ਨੇ ਆਪਾਂ ਨੂੰ ਗੁਰਬਾਣੀ 'ਚ ਦੱਸਿਆ ਕਿ ਜਦੋਂ ਜਿਹੜੀ ਦੇਹ ਸਾਨੂੰ ਦਿੱਤੀ ਹੋਈ ਆ, ਜਦੋਂ ਇਹ ਬਿਨਸ ਜਾਂਦੀ ਆ, ਅਤੇ ਫਿਰ ਸਾਰੇ ਹੀ ਇਸ ਦੇਹ ਤੋਂ ਹੀ ਡਰਨ ਲੱਗ ਪੈਂਦੇ। ਸਾਡਾ ਸਾਰਿਆਂ ਨਾਲ ਬੋਲ ਚਾਲ, ਮਹਾਰਾਜ ਕਹਿੰਦੇ ਬਾਬਾ ਬੋਲਤੇ ਥੇ ਕਹਾਂ ਗਏ ਦੇਹੀ ਕੇ ਸੰਗ ਰਹਤੇ, ਕਿ ਜਦੋਂ ਤੱਕ ਸਾਡਾ ਮਨ ਦਾ ਸੰਯੋਗ ਸਾਡੀ ਇਸ ਦੇਹ ਨਾਲ ਜੁੜਿਆ ਹੋਇਆ, ਅਸੀਂ ਬੋਲਦੇ ਹਾਂ,
ਕਥਾ ਵਾਰਤਾ ਕਰਦੇ ਹਾਂ। ਜਦੋਂ ਸਾਡਾ ਸਵਾਸਾਂ ਦਾ ਭੰਡਾਰਾ ਖਤਮ ਹੋ ਜਾਂਦਾ, ਅਸੀਂ ਇਸ ਦੇਹ ਤੋਂ ਉੱਪਰ ਉੱਠ ਜਾਂਦੇ ਹਾਂ। ਅਤੇ ਮਹਾਰਾਜ ਕਹਿੰਦੇ ਆ, ਜਬ ਹੀ ਹੰਸ ਤਜੀ ਏਕ ਕਾਇਆ। ਉਹਨਾਂ ਚਿਰ ਹੀ ਇਸ ਸਰੀਰ ਦਾ ਸਤਿਕਾਰ ਹੁੰਦਾ ਆ ਜਿੰਨਾ ਚਿਰ ਸਾਡੇ ਅੰਦਰ ਸਾਡਾ ਮਨ ਮੌਜੂਦ ਆ, ਸੂਖਮ ਆਕਾਰ ਮੌਜੂਦ ਆ। ਜਿਉਂ ਹੀ ਸੂਖਮ ਆਕਾਰ ਇਹਦੇ 'ਚੋਂ ਨਿਕਲ ਜਾਂਦਾ, ਇਸ ਦੇਹ ਤੋਂ ਹੀ ਸਾਰੇ ਪਰਿਵਾਰ ਡਰਨ ਲੱਗ ਪੈਂਦੇ। ਜਿਸ ਦੇਹ ਦੇ ਵਿੱਚ ਰਹਿੰਦਿਆਂ ਹੋਇਆਂ ਅਸੀਂ ਇੱਕ ਦੂਜੇ ਨਾਲ ਬੋਲਦੇ ਹਾਂ, ਕਥਾ ਵਾਰਤਾ ਕਰਦੇ ਹਾਂ। ਅਤੇ ਮਹਾਰਾਜ ਫਰਮਾਉਂਦੇ ਆ, ਘਰ ਕੀ ਨਾਰ ਬਹੁਤ ਹਿਤ ਜਾਗ ਸਿਉ ਸਦਾ ਰਹਿਤ ਸੰਗ ਲਾਗੀ। ਕਿ ਘਰ ਦੀ ਜਿਹੜੀ ਨਾਰ ਆ ਉਹ ਵੀ ਹਮੇਸ਼ਾ ਨਾਲ ਹੀ ਤੁਰੀ ਫਿਰਦੀ ਹੈ ਇਸ ਕਾਇਆ ਦੇ। ਅਤੇ ਜਿਉਂ ਹੀ ਕਹਿੰਦੇ ਇਸ ਕਾਇਆ ਦੇ ਵਿੱਚੋਂ ਹੰਸ ਜਿਹੜਾ ਮਨ ਨਿਕਲ ਜਾਂਦਾ ਆ, ਅਤੇ ਇਸ ਕਾਇਆ ਨੂੰ ਹੀ ਪ੍ਰੇਤ ਕਹਿ ਕਹਿ ਕੇ ਭੱਜ ਜਾਂਦੇ। ਕੋਈ ਇੱਕ ਘੜੀ ਵੀ ਘਰੇ ਰੱਖਣ ਲਈ ਤਿਆਰ ਨਹੀਂ ਹੁੰਦਾ। ਜਦੋਂ ਅਸੀਂ ਗੁਰਬਾਣੀ ਪੜ੍ਹਦੇ ਫਿਰ ਸਾਡਾ ਮਨ ਆਪਣੇ ਆਪ ਹੀ ਤ੍ਰੈਗੁਣਾ ਤੋਂ ਉੱਪਰ ਉੱਠਣ ਲੱਗ ਪੈਂਦਾ ਕਿ ਖੇਲ ਤਾਂ ਇੰਨਾ ਹੀ ਆ ਕਿ ਸਿਰਫ ਆ ਜਿਹੜੇ ਅਸੀਂ ਬੋਲ ਰਹੇ ਹਾਂ ਇਹਦੇ ਕਰਕੇ ਹੀ ਸਾਡੇ ਨਾਲ ਸਾਰੇ ਪਿਆਰ ਕਰ ਰਹੇ, ਵਿੱਚ ਮਾਣਿਆ ਵਸ ਰਿਹਾ। ਜਿਸ ਦਿਨ ਇਹ ਹੰਸ ਚਲਾ ਗਿਆ, ਆ ਕਾਇਆ ਨੂੰ ਕਿਸੇ ਨੇ ਨਹੀਂ ਪੁੱਛਣਾ, ਇਹਦੇ ਤੋਂ ਵੀ ਡਰਨ ਲੱਗ ਪੈਂਦੇ। ਕਹਿੰਦੇ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਜਦ ਕਿ ਇਹਨੇ ਉੱਠਣਾ ਨਹੀਂ, ਕੁਛ ਕਹਿਣਾ ਨਹੀਂ ਇਸ ਸਰੀਰ ਨੇ, ਪਰ ਸਤਿਕਾਰ ਸਿਰਫ ਜਿੰਨੇ ਦੇਰ ਅਸੀਂ ਬੋਲਦੇ ਹਾਂ, ਸਾਡੇ ਅੰਦਰ ਸਵਾਸ ਆ, ਸਾਡੇ ਅੰਦਰ ਜਿਹੜਾ ਸੂਖਮ ਆਕਾਰ ਆ। ਅਤੇ ਜਦੋਂ ਹੀ ਸਾਡਾ ਇਹ ਆਕਾਰ ਚਲਾ ਜਾਂਦਾ, ਸਵਾਸ ਖਤਮ ਹੋ ਜਾਂਦੇ ਆ, ਅਤੇ ਸਾਰੇ ਇਸ ਸਰੀਰ ਤੋਂ ਹੀ ਡਰਨ ਲੱਗ ਪੈਂਦੇ। ਇਹਨੂੰ ਪ੍ਰੇਤ ਕਹਿਣਾ ਸ਼ੁਰੂ ਕਰ ਦਿੰਦੇ। ਹੁਣ ਪ੍ਰੇਤ ਇੱਕ ਭੈ ਬਣਿਆ ਹੋਇਆ ਆ, ਕਿਉਂਕਿ ਦਿਖਾਈ ਨਹੀਂ ਦਿੰਦਾ। ਹੁਣ ਬਹੁਤ ਹੈਗਾ ਘੱਟ ਜਿਨ੍ਹਾਂ ਨੇ ਦੇਖਿਆ ਹੋਣਾ ਆ, ਸੂਖਮ ਆਕਾਰ ਦੇਖ ਲਿਆ, ਉਹ ਕਿਸੇ ਨੂੰ ਕੁਛ ਕਹਿੰਦੇ ਨਹੀਂ। ਜ਼ਿਆਦਾਤਰ ਭਰਮ, ਕਿਉਂਕਿ ਉਹ ਪ੍ਰੇਤ ਦੇਖਿਆ ਨਹੀਂ ਹੁੰਦਾ, ਭਰਮ ਪਾਇਆ ਜਾਂਦਾ ਕਿ ਦੂਜੇ 'ਚ ਪ੍ਰੇਤ ਵੜ ਗਿਆ, ਉਹਦੇ 'ਚ ਪ੍ਰੇਤ ਬੋਲਣ ਲੱਗ ਪਿਆ। ਫਿਰ ਮਹਾਰਾਜ ਨੇ ਆਪਾਂ ਨੂੰ ਗੁਰਬਾਣੀ ਵਿੱਚ ਸਮਝਾਇਆ ਆ ਕਿ ਪ੍ਰੇਤ ਸਾਡਾ ਮਨ ਹੀ ਬਣਿਆ ਹੋਇਆ। 2-4 ਦਿਨ ਨਾ ਸੋਵੋ ਅਤੇ ਜਿਹੜੇ ਦਿਮਾਗ ਦੇ ਸੈੱਲ ਕਮਜ਼ੋਰ ਹੋ ਜਾਂਦੇ, ਉਹ ਅਸੀਂ ਆਪ ਮੁਹਾਰੇ ਬੋਲਣ ਲੱਗ ਪੈਂਦੇ। ਇੱਕ ਮਨ ਇੰਨਾ ਜਦੋਂ ਡਿਪਰੈਸ਼ਨ 'ਚ ਚਲਾ ਜਾਂਦਾ, ਫੁਰਨਿਆਂ ਦੇ ਵਿੱਚ ਚਲਾ ਜਾਂਦਾ, ਆਪ ਮੁਹਾਰਾ ਬੋਲਣ ਲੱਗ ਪੈਂਦਾ। ਉਹ ਨੀਂਦ ਨੂੰ ਪੂਰਾ ਕਰਨਾ ਹੁੰਦਾ, ਜਿਹੜਾ ਆਪਾਂ ਨੂੰ ਗੁਰਬਾਣੀ ਵਿੱਚ ਦੱਸਿਆ, ਭੇਜ ਦਿੱਤਾ ਕਿ ਸੁੰਨ ਵਿੱਚ ਮਨ ਨੂੰ ਆਪਣੇ ਘਰ ਵਿੱਚ ਲੈ ਕੇ ਜਾਣਾ। ਮਨ ਨੂੰ ਘਰ ਵਿੱਚ ਨਹੀਂ ਲੈ ਕੇ ਜਾਂਦੇ, ਫਿਰ ਅਸੀਂ ਇਹ ਸੰਸਾਰ ਦੇ ਵਿੱਚ ਹੀ ਵਿਚਰਦੇ ਰਹਿੰਦੇ ਹਾਂ। ਫਿਰ ਇਹੀ ਆਪ ਮੁਹਾਰਾ ਮਨ ਬੋਲਣ ਲੱਗ ਪੈਂਦਾ। ਹੁਣ ਜਿਹਨਾਂ ਨੂੰ ਨਹੀਂ ਗਿਆਨ, ਉਹ ਫਿਰ ਦੂਜਿਆਂ ਕੋਲ, ਤਾਂਤਰਿਕਾਂ ਕੋਲ, ਜਿਹੜੇ ਅਨਾੜੀ ਸੰਤੇ, ਉਹਨਾਂ ਕੋਲ ਜਾਣ ਲੱਗ ਪੈਂਦੇ। ਉਹ ਵੀ ਫਿਰ ਅੱਗੋਂ ਕਹਿ ਦਿੰਦੇ ਨੇ ਇਹਨਾਂ 'ਚ ਪ੍ਰੇਤ ਦਾ ਵਾਸਾ ਹੈ। ਹੁਣ ਪ੍ਰੇਤ ਨਾ ਤਾਂ ਨਾੜੀ ਸੰਤ ਨੇ ਦੇਖਿਆ ਅਤੇ ਨਾ ਹੀ ਜਿਹੜੇ ਆਪ ਮੁਹਾਰਾ ਬੋਲ ਰਹੇ ਉਹਨਾਂ ਨੇ ਦੇਖਿਆ। ਉਹ ਫਿਰ ਇੱਕ ਭੈ ਬਣ ਜਾਂਦਾ ਕਿ ਪ੍ਰੇਤ ਆ। ਹੁਣ ਉਹ ਪ੍ਰੇਤ ਸੂਖਮ ਆ, ਅਤੇ ਗੁਰਬਾਣੀ ਰਾਹੀਂ ਫਿਰ ਸਾਰੇ ਸਾਡੇ ਭਰਮ ਕੱਢੇ ਹੋਏ ਆ ਕਿ ਕੋਈ ਵੀ ਆਕਾਰ ਦੂਜੇ ਆਕਾਰ ਵਿੱਚ ਪ੍ਰਵੇਸ਼ ਨਹੀਂ ਹੁੰਦਾ ਜਿੰਨਾ ਚਿਰ ਸਾਡੇ ਅੰਦਰ ਸਾਡਾ ਆਕਾਰ ਮੌਜੂਦ ਹੈ। ਇਹ ਪਰਮਾਤਮਾ ਦਾ ਵਿਧਾਨ ਆ। ਨਹੀਂ ਤਾਂ ਇੱਦਾਂ ਤਾਂ ਫਿਰ ਇੱਕ ਦੂਜੇ 'ਚ ਸਾਰੇ ਵੜੀ ਜਾਣ। ਅਸੀਂ ਜੇ ਆਪਣੇ ਆਪ ਬਦਲਣਾ ਹੋਵੇ, ਇੱਕ ਦੂਜੇ 'ਚ ਬਦਲੀ ਜਾਈਏ ਜੂਨਾ। ਮਹਾਰਾਜ ਨੇ ਇੱਕ ਵਿਧਾਨ ਬਣਾਇਆ ਕਿ ਜਿੰਨਾ ਚਿਰ ਸਾਡੇ ਅੰਦਰ ਸਾਡਾ ਸੂਖਮ ਆਕਾਰ ਮੌਜੂਦ ਆ, ਕੋਈ ਹੋਰ ਦੂਜਾ ਆਕਾਰ ਇਹਦੇ ਵਿੱਚ ਨਹੀਂ ਪ੍ਰਵੇਸ਼ ਹੋ ਸਕਦਾ। ਕਈ ਵਾਰੀ ਹੁੰਦਾ, ਕਈਆਂ ਨੇ ਦੇਖਿਆ ਹੁੰਦਾ, ਉਹ ਸੋਚਦੇ ਆ ਕਿ ਨਹੀਂ ਇਹ ਇੱਦਾਂ ਹੋ ਨਹੀਂ ਸਕਦਾ, ਅਸੀਂ ਆਪ ਬੋਲਦਿਆਂ ਦੇਖਿਆ ਕਿਸੇ ਨੂੰ, ਜਾਂ ਇੱਦਾਂ ਸਿਰ ਹਿਲਾਉਂਦਾ ਦੇਖਿਆ ਆ। ਕਈ ਵਾਰੀ ਇਹ ਹੁੰਦਾ ਆ ਕਿ ਜਿਵੇਂ ਹੁਣ ਆਪਾਂ ਭਗਤੀ ਕਰਦੇ ਹਾਂ, ਸਿਮਰਨ ਭਗਤੀ ਕਰਦੇ ਹਾਂ, ਰਿੱਧੀਆਂ ਸਿੱਧੀਆਂ ਆ ਜਾਂਦੀਆਂ, ਅਤੇ ਕਈ ਉਹ ਰਿੱਧੀਆਂ ਸਿੱਧੀਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਦੇ। ਉਹ ਜਿਹੜਾ ਅਸਲੀ ਮਾਰਗ ਆ ਪਰਮਾਤਮਾ ਦਾ, ਉਹ ਰਸਤਾ ਭੁੱਲ ਜਾਂਦੇ ਕਿ ਅਸੀਂ ਪਰਮਾਤਮਾ ਨੂੰ ਮਿਲਣਾ ਆ, ਸੱਚ ਵਿੱਚ ਸਮਾਉਣਾ ਆ, ਅਤੇ ਜਿਹੜੇ ਮਕਸਦ ਵਾਸਤੇ ਸੰਸਾਰ ਵਿੱਚ ਆਏ ਇਹਨੂੰ ਪੂਰਾ ਕਰਨਾ। ਕਈ ਕੀ ਕਰਦੇ ਆ, ਜਦੋਂ ਰਿੱਧੀਆਂ ਸਿੱਧੀਆਂ ਆ ਜਾਂਦੀਆਂ, ਉਹ ਫਿਰ ਦੂਜਿਆਂ ਨੂੰ ਦੱਸਣਾ ਸ਼ੁਰੂ ਕਰ ਦਿੰਦੇ ਆ। ਤੰਤਰ ਮੰਤਰ ਵਿੱਦਿਆ ਇਹ ਗੱਲਾਂ ਦੇ ਵਿੱਚ ਪੈ ਜਾਂਦੇ। ਫਿਰ ਜਿਹੜਾ ਵੀ ਉਹਨਾਂ ਨੂੰ ਆਉਂਦਾ, ਉਹਨਾਂ ਨੂੰ ਤਵੀਤ ਦੇਣੇ ਸ਼ੁਰੂ ਕਰ ਦਿੰਦੇ ਆ, ਇੱਦਾਂ ਆਪਣਾ ਕੰਮ ਚਲਾ ਲੈਂਦੇ। ਉਹ ਕੀ ਭਗਤੀ ਮਾਰਗ ਤੋਂ ਦੂਰ ਹੋ ਜਾਂਦੇ। ਉਹਨਾਂ ਦੇ ਜਦੋਂ ਸਵਾਸ ਪੂਰੇ ਹੁੰਦੇ ਆ, ਉਹ ਹਰੀ ਦੇ ਜਨ ਬਣਨਾ ਸੀ, ਪਰ ਉਹ ਹਰੀ ਦੇ ਜਨ ਨਹੀਂ ਬਣਦੇ, ਕਿਉਂਕਿ ਜਿਹੜਾ ਹਰੀ ਦਾ ਜਨ ਆ, ਮਹਾਰਾਜ ਕਹਿੰਦੇ ਹਰੀ ਦੇ ਨਾਮ ਵਿੱਚ ਸਮਾਉਂਦਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ। ਕਿ ਹਰੀ ਦਾ ਜਨ ਜਿਹੜਾ ਹਰੀ ਦੇ ਨਾਮ ਵਿੱਚ ਸਮਾ ਕੇ ਇਹ ਜਿਹੜਾ ਦੁੱਖ ਲੱਗਾ ਹੋਇਆ ਜਨਮ ਮਰਨ ਦਾ, ਉਹ ਖੰਡਨ ਕਰ ਲੈਂਦਾ। ਅਤੇ ਜਦੋਂ ਫਿਰ ਗੁਰਬਾਣੀ ਰਾਹੀਂ ਆਪਾਂ ਸੋਝੀ ਲੈਂਦੇ ਹਾਂ, ਅਤੇ ਜਿਹੜਾ ਇੱਧਰ ਰਿੱਧੀਆਂ ਸਿੱਧੀਆਂ ਵੱਲ ਚੱਲ ਪੈਂਦਾ, ਦੂਜਿਆਂ ਦੇ ਨੂੰ ਇੱਦਾਂ ਪੁੱਛਾਂ ਦੇਣ ਲੱਗ ਪੈਂਦਾ। ਅਸੀਂ ਵੀ ਜਦ ਮਾੜੇ ਮੋਟੇ ਘਰ 'ਚ ਕੋਈ ਪ੍ਰੋਬਲਮ ਹੋਵੇ, ਕਈ ਲੋਕ ਪੁੱਛਾਂ ਨੂੰ ਚੱਲ ਪੈਂਦੇ ਕਿ ਉਹ ਸੰਤਾਂ ਕੋਲ ਚੱਲੀਏ, ਸ਼ਾਇਦ ਉਹ ਸਾਡਾ ਕੰਮ ਸਵਾਰ ਦੇਣਗੇ, ਦੂਜੇ ਕੋਲ ਚਲੇ ਜਾਈਏ। ਉਹ ਫਿਰ ਜਿਹੜੇ ਅਨਾੜੀ ਸੰਤ ਹੁੰਦੇ ਆ, ਉਹ ਭਰਮ 'ਚ ਪਾ ਦਿੰਦੇ ਆ
ਕਿ ਤੁਹਾਡੇ ਘਰੇ ਪ੍ਰੇਤ ਦਾ ਵਾਸ ਆਇਆ, ਭੂਤ ਵੱਸਦੇ ਆ, ਇੱਦਾਂ ਸਮੱਗਰੀ ਕਰੋ, ਇੱਦਾਂ ਕਰੋ, ਉਹ ਨਿਕਲੂਗੇ। ਇਹ ਸਾਰੇ ਭਰਮ ਦੇ ਵਿੱਚ ਮਨ ਪੈ ਜਾਂਦੇ। ਪਰ ਜਿਹੜਾ ਕਈ ਵਾਰੀ ਹੁੰਦਾ ਹੈ ਕਿ ਇੱਕ ਜਿੰਨ ਆ, ਜਿਵੇਂ ਆਪਾਂ ਹੁਣ ਵਿਚਾਰ ਕਰ ਰਹੇ ਸੀ ਕਿ ਜਿਹੜਾ ਰਿੱਧੀਆਂ ਸਿੱਧੀਆਂ ਅਤੇ ਜਿਹਨੂੰ ਆਪ ਨੂੰ ਇਹ ਰਸਤਾ ਨਹੀਂ ਪਤਾ, ਨਾੜੀ ਸੰਤ ਜਿਨ੍ਹਾਂ ਕੋਲੋਂ ਪੁੱਛਾਂ ਲੈਣ ਲੋਕ ਚਲੇ ਜਾਂਦੇ ਆ, ਉਹ ਜਦੋਂ ਸਵੱਸ ਉਹਨਾਂ ਦਾ ਭੰਡਾਰਾ ਪੂਰਾ ਹੁੰਦਾ, ਉਹ ਜਿੰਨ ਬਣ ਜਾਂਦੇ। ਉਹਨਾਂ ਕੋਲ ਥੋੜ੍ਹੀ ਜਿਹੀ ਸ਼ਕਤੀ ਹੁੰਦੀ ਆ। ਉਹ ਕੀ ਕਰਦੇ ਆ, ਦ੍ਰਿਸ਼ਟੀ ਨੂੰ ਕੰਟਰੋਲ, ਵਿੱਚ ਨਹੀਂ ਕੋਈ ਵੀ ਕਿਸੇ ਦੇ ਵੜਦਾ। ਕਈ ਵਾਰੀ ਦ੍ਰਿਸ਼ਟੀ ਕੰਟਰੋਲ ਕਰ ਲੈਂਦੇ। ਦ੍ਰਿਸ਼ਟੀ ਹੁੰਦਾ ਜਿਵੇਂ ਹੈਪਨੋਟਾਈਜ਼ ਇੱਥੇ ਲੋਕ ਕਰਦੇ, ਉਵੇਂ ਹੀ ਉਹ ਕੀ ਕਰਦੇ ਆ ਕਿ ਦ੍ਰਿਸ਼ਟੀ ਕਿਹਦੀ ਕੰਟਰੋਲ ਕਰਦੇ, ਜਿਹੜਾ ਬਹੁਤ ਨਾਸਤਕ ਆ, ਜਿਹੜਾ ਬਿਲਕੁਲ ਰੱਬ ਨੂੰ ਨਹੀਂ ਮੰਨਦਾ, ਇਸ ਰਸਤੇ 'ਤੇ ਚੱਲਦਾ ਹੀ ਨਹੀਂ, ਉਹਦੀ ਦ੍ਰਿਸ਼ਟੀ ਕੰਟਰੋਲ ਕਰਕੇ ਥੋੜ੍ਹਾ ਬਾਲਾ ਬੁਲਾ ਲੈਂਦੇ। ਅਤੇ ਜੇ ਅਸੀਂ ਆਕਾਰ ਬਣਾਏ ਹੁੰਦੇ ਆ, ਜੇ ਆਪਾਂ ਰੋਮ ਰੋਮ ਸਿਮਰਨ ਕਰਦੇ ਹਾਂ, ਸ਼ਬਦ ਨਾਲ ਲਿਵ ਜੋੜਦੇ ਹਾਂ, ਜਿਹੜਾ ਸਿਮਰਨ ਭਗਤੀ ਕਰਦਾ ਉਹਦੀ ਦ੍ਰਿਸ਼ਟੀ ਨਹੀਂ ਕੰਟਰੋਲ ਹੁੰਦੀ। ਜਿਹੜਾ ਨਾਸਤਕ ਬੰਦਾ ਉਹਦੀ ਦ੍ਰਿਸ਼ਟੀ ਕੰਟਰੋਲ ਹੋ ਜਾਂਦੀ। ਸੋ ਬਹੁਤ ਹੀ ਘੱਟ ਚਾਂਸ ਆ ਇੱਦਾਂ ਦੇ। ਪਰ ਜ਼ਿਆਦਾਤਰ ਜਿਹੜੇ ਹੈਗੇ ਆ ਪੁੱਛਾਂ ਦੇ ਨਾਲ ਜਿਨ੍ਹਾਂ ਕੋਲ ਜਾਂਦੇ, ਉਹੀ ਜਿੰਨ ਬਣਦੇ ਅੱਗੇ ਜਾ ਕੇ। ਸੋ ਆਪਾਂ ਗੁਰਬਾਣੀ ਰਾਹੀਂ ਭੇਦ ਲੈਣਾ ਹੁੰਦਾ ਹੈ ਕਿ ਗੁਰੂ ਸਾਹਿਬ ਸਾਡੇ ਮਨ ਨੂੰ ਪ੍ਰੇਤ ਕਹਿ ਰਹੇ ਕਿ ਕਿੱਥੇ ਪ੍ਰੇਤ ਨੇ ਤੋਂ ਛੁਟਕਾਰਾ ਸਾਨੂੰ ਮਿਲਣਾ। ਹੁਣ ਜਿਹੜੇ ਸੂਖਮ ਆਕਾਰ ਆ, ਉਹ ਵੀ ਇਸ ਜਿਹੜਾ ਮਨ ਪ੍ਰੇਤ ਬਣਿਆ ਹੋਇਆ, ਜੇ ਨਹੀਂ ਸਮਝਦਾ ਗੁਰੂ ਦੀ ਸ਼ਰਨ ਵਿੱਚ ਜਾ ਕੇ ਘਰਾਂ ਦੇ ਵਿੱਚ ਧਿਆਨ ਰੱਖ ਲੈਂਦੇ, ਫਿਰ ਇਹੀ ਆਕਾਰ ਜਿਹੜਾ ਸਰੀਰ ਲਾ ਕੇ ਉਹਦੇ 'ਤੇ ਸੂਖਮ ਆਕਾਰ ਪ੍ਰੇਤ ਦਾ ਦਿੱਤਾ ਜਾਂਦਾ। ਹੁਣ ਇਹ ਗੁਰਬਾਣੀ ਰਾਹੀਂ ਸਾਡੇ ਜਿਹੜੇ ਵਹਿਮ ਭਰਮ ਆ ਸਾਰੇ ਦੂਰ ਕੀਤੇ ਜਾਂਦੇ। ਅਤੇ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਹੈ ਬਹੁਤ ਹੀ ਸਹਿਜ ਦੇ ਵਿੱਚ ਇਹ ਖੇਲ ਕਿ ਜਿਹੜਾ ਮਨ ਪ੍ਰੇਤ ਆ, ਇਹਨੂੰ ਪ੍ਰੇਤ ਤੋਂ ਕਿਵੇਂ ਛੁਟਕਾਰਾ ਪਾਉਣਾ ਹੈ। ਜਦੋਂ ਅਸੀਂ ਸਿਮਰਨ ਕਰਦੇ ਹਾਂ, ਸਿਮਰਨ ਕਰਕੇ ਸਹਿਜ ਵਿੱਚ ਮਨ ਚੱਲਦਾ, ਕਿਉਂਕਿ ਹਰੇਕ ਸਵਾਲ ਦਾ ਜਵਾਬ ਗੁਰਬਾਣੀ 'ਚ ਦਿੱਤਾ ਹੈ। ਕਈ ਕਹਿੰਦੇ ਕਿ ਅੱਗੇ ਜੂਨਾਂ ਨਹੀਂ ਹੁੰਦੀਆਂ, ਇੱਥੇ ਹੀ ਮਨ ਨੂੰ ਪ੍ਰੇਤ ਕਿਹਾ ਹੈ, ਇੱਥੇ ਹੀ ਪਸ਼ੂ ਕਿਹਾ, ਉਹ ਵੀ ਕਿਹਾ ਹੈ ਗੁਰਬਾਣੀ 'ਚ। ਕਿਉਂਕਿ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ, ਹਰੇਕ ਸਵਾਲ ਦਾ ਜਵਾਬ ਸਾਨੂੰ ਗੁਰਬਾਣੀ 'ਚ ਮਹਾਰਾਜ ਬਖਸ਼ਿਸ਼ ਕਰਦੇ ਆ। ਇਹ ਵੀ ਦੱਸਿਆ ਹੈ ਕਿ ਮਨ ਨੂੰ ਵੀ ਪ੍ਰੇਤ ਕਿਹਾ ਹੈ, ਮਨ ਨੂੰ ਵੀ ਪਸ਼ੂ ਕਿਹਾ ਹੈ, ਉਹਨਾਂ ਤੋਂ ਵੀ ਬੁਰਾ ਕਿਹਾ ਹੈ ਮਨ ਨੂੰ। ਪਰ ਦੂਜੇ ਪਾਸੇ ਮਹਾਰਾਜ ਨੇ ਜੂਨ ਵੀ ਦੱਸੀ ਆ, ਕਿਉਂਕਿ ਗੁਰਬਾਣੀ ਪੜ੍ਹੀ ਆ ਤਾਂ ਹਰੇਕ ਚੀਜ਼ ਨੂੰ ਨਕਾਰ ਨਹੀਂ ਸਕਦੇ। ਗੁਰਬਾਣੀ ਦੇ ਵਿੱਚ ਮਨ ਨੂੰ ਵੀ ਪ੍ਰੇਤ ਕਿਹਾ ਹੈ, ਗੁਰਬਾਣੀ ਵਿੱਚ ਜੂਨ ਵੀ ਪ੍ਰੇਤ ਦੱਸੀ ਆ। ਗੁਰਬਾਣੀ 'ਚ ਇਹ ਵੀ ਦੱਸਿਆ ਹੈ ਕਿ ਹੁਣ ਕਈ ਕਹਿ ਦਿੰਦੇ ਅੱਗੇ ਨਹੀਂ ਦੇਖਿਆ, ਗੁਰੂ ਸਾਹਿਬ ਕਹਿੰਦੇ ਅੱਗੇ ਕਿਆ ਜਾਣਾ ਨਾਹੀਂ, ਮੈਂ ਭੁੱਲੇ ਤੂੰ ਸਮਝਾਏ। ਅੱਗੇ ਕਿਸੇ ਨੇ ਦੇਖਿਆ ਨਹੀਂ, ਗੁਰੂ ਸਾਹਿਬ ਕਹਿੰਦੇ ਉਹੀ ਭੁੱਲਿਆਂ ਨੂੰ ਤੁਹਾਨੂੰ ਸਮਝਾ ਰਹੇ ਹਾਂ। ਹੁਣ ਪਿਛੋਕੜ ਸਾਡਾ ਆ, ਉਹ ਅਸੀਂ ਕਹਿੰਦੇ ਅਸੀਂ ਦੇਖਿਆ ਨਹੀਂ, ਬਸ ਆ ਮਾਨਸ ਜਾਮੇ 'ਚ ਆਏ, ਇਹਦੇ ਵਿੱਚ ਹੀ ਫਿਰ ਆ ਕੇ ਚਲੇ ਜਾਣਾ। ਕਈ ਕਹਿੰਦੇ ਕਿ ਫਿਰ ਮਾਨਸ ਜਾਮਾ ਮਿਲ ਜਾਣਾ। ਗੁਰੂ ਸਾਹਿਬ ਕਹਿੰਦੇ ਜਿੱਥੇ ਵੀ ਤੁਸੀਂ ਧਿਆਨ ਲਾਓਗੇ, ਅੰਤ ਸਮੇਂ ਉਹੀ ਤੁਹਾਨੂੰ ਫਲ ਪ੍ਰਾਪਤ ਹੋ ਜਾਏਗਾ। ਜੇ ਨਾਮ 'ਚ ਸਮਾ ਗਏ, ਜਨਮ ਮਰਨ ਖੰਡਨ ਹੋ ਜਾਣਾ ਹੈ, ਸੱਚ ਨਾਮ ਮਿਲਾਪ ਹੋ ਜਾਣਾ, ਜਿਸ ਦੀ ਅਸੀਂ ਅੰਸ਼ ਉਹਦੇ ਵਿੱਚ ਸਮਾ ਜਾਣਾ। ਜੇ ਨਾਮ ਵਿੱਚ ਨਹੀਂ ਸਮਾਏ, ਫਿਰ ਅਸੀਂ ਆਕਾਰ ਦੇ ਵਿੱਚ ਆ ਜਾਣਾ ਹੈ। ਸਾਨੂੰ ਦੱਸਿਆ ਹੋਇਆ ਆਕਾਰਾਂ ਦੇ ਸੰਬੰਧ ਦੇ ਵਿੱਚ। ਅਤੇ ਜਿਹੜੀ ਫਿਰ ਆਪਣੀ ਜਿਵੇਂ ਖੁਰਾਕ ਆ, ਅਸੀਂ 36 ਪ੍ਰਕਾਰ ਦੇ ਭੋਜਨ ਖਾਂਦੇ ਹਾਂ, ਸਾਡੇ ਜਿਹੜੇ ਤਨ ਵਾਸਤੇ ਬਣੇ ਹੋਏ ਆ। ਇਵੇਂ ਹੀ ਜਿਹੜੇ ਹੈਗੇ ਆ ਭੂਤ ਪ੍ਰੇਤ, ਉਹਨਾਂ ਦੀ ਖੁਰਾਕ ਪਾਉਣ ਆ, ਜਿਹਨੂੰ ਮਹਾਰਾਜ ਕਹਿੰਦੇ ਆ ਇੱਕ ਮਾਸਹਾਰੀ ਇੱਕ ਤ੍ਰੈਣ ਖਾਹੇ, ਇੱਕ ਨਾ ਛਤੀ ਹੀ ਅੰਮ੍ਰਿਤ ਪਾਹੇ, ਇੱਕ ਮਿਟਿਆ ਮੈਂ ਮਿਟਿਆ ਖਾਹੇ, ਇੱਕ ਪੌਣ ਸੁਮਾਰੀ ਪੌਣ ਸੁਮਾਰ, ਇੱਕ ਨਿਰੰਕਾਰੀ ਨਾਮ ਆਧਾਰ। ਅਤੇ ਜਿਵੇਂ ਹੁਣ ਤਨ ਵਾਸਤੇ ਸਾਡੇ 36 ਪ੍ਰਕਾਰ ਦੇ ਭੋਜਨ ਆ, ਇਵੇਂ ਕੋਈ ਮਿੱਟੀ ਦੇ ਜਾਨਵਰ ਆ, ਉਹ ਮਿੱਟੀ ਖਾਂਦੇ ਆ। ਇੱਦਾਂ ਹੀ ਜਿਹੜੇ ਪੌਣ ਦੇ ਵਿੱਚ ਭੂਤ ਪ੍ਰੇਤ ਜਿਹੜੇ ਵੱਸਦੇ ਆ, ਜਿਨ੍ਹਾਂ ਜੂਨਾਂ ਆ ਦੱਸੀਆਂ, ਉਹਨਾਂ ਦੀ ਫਿਰ ਖੁਰਾਕ ਵੀ ਦੱਸੀ। ਜਿਵੇਂ ਮਾਨਸ ਜਾਮੇ ਦੀ ਖੁਰਾਕ ਦੱਸੀ, ਇੱਦਾਂ ਹੀ ਜਿਹੜੇ ਪੌਣ ਦੇ ਵਿੱਚ ਵੱਸਦੇ ਆ, ਉਹਨਾਂ ਦੀ ਵੀ ਖੁਰਾਕ ਦੱਸੀ ਮਹਾਰਾਜ ਨੇ ਕਿ ਇੱਕ ਪੌਣ ਸੁਮਾਰੀ ਪੌਣ ਸਮਾਰ ਕੇ ਉਹਨਾਂ ਦੀ ਖੁਰਾਕ ਵੀ ਪਾਉਣੀ ਆ। ਅਤੇ ਇੱਦਾਂ ਹੀ ਮਹਾਰਾਜ ਕਹਿੰਦੇ ਇੱਕ ਨਿਰੰਕਾਰੀ ਨਾਮ ਆਧਾਰ, ਕਿ ਜਿਹੜਾ ਸਾਡਾ ਮਨ ਦਾ ਖੁਰਾਕ ਆ ਉਹ ਨਾਮ ਆ, ਜਿਹਨੂੰ ਮਹਾਰਾਜ ਕਹਿੰਦੇ ਮਨ ਕਾ ਤੋਸਾ ਹਰ ਨਾਮ ਹੈ, ਹਿਰਦੇ ਰੱਖੋ ਸਮਾਲ, ਇਹ ਖਰਚਾ ਖੁੱਟ ਹੈ ਗੁਰਮੁਖ ਨਿਭਹਿ ਨਾਲ। ਹੁਣ ਆਪਾਂ ਨੂੰ ਇਹ ਗੁਰਬਾਣੀ ਦੁਆਰਾ ਸਪਸ਼ਟ ਕੀਤਾ ਆ ਕਿ ਕਿੱਥੇ ਸਾਡੇ ਮਨ ਨੂੰ ਪ੍ਰੇਤ ਕਿਹਾ, ਕਿੱਥੇ ਜੂਨ ਪ੍ਰੇਤ ਕਿਹਾ ਆ, ਅਤੇ ਕਿੱਥੇ ਇਹ ਮਨ ਨੂੰ ਦੇਵਤਾ ਕਿਹਾ ਆ, ਕਿੱਥੇ ਫਿਰ ਆ ਸਰੀਰ ਨੂੰ ਵੀ ਪ੍ਰੇਤ ਕਹਿ ਦਿੱਤਾ ਹੈ ਜਦੋਂ ਕਾਇਆ ਤਜੀ ਜਾਂਦੀ। ਇਹ ਗੁਰਬਾਣੀ 'ਚ ਆਪਾਂ ਨੂੰ ਹਰੇਕ ਸਵਾਲ ਦਾ ਫਿਰ ਜਵਾਬ ਮਿਲ ਜਾਂਦਾ। ਸੋ ਜਦੋਂ ਫਿਰ ਆਪਾਂ ਗੁਰਬਾਣੀ ਪੜ੍ਹਨੀ, ਅਸੀਂ ਕੋਸ਼ਿਸ਼ ਕਰਨੀ ਹੁੰਦੀ ਕਿ ਅਸੀਂ ਆਪਣੇ ਅੰਦਰ ਝਾਤੀ ਮਾਰਨੀ, ਜਿੱਥੇ ਮਨ ਪ੍ਰੇਤ ਆ ਕਿ ਅਸੀਂ ਪ੍ਰੇਤ ਹੀ ਨਾ ਬਣੇ ਰਹੀਏ,
ਮਾਨ ਸਜਾਮੇ 'ਚ ਆ ਜਾਈਏ, ਜਦੋਂ ਲਿਵ ਦਾ ਰਸਤਾ ਅਖਤਿਆਰ ਕਰਕੇ ਸਿਮਰਨ ਕਰਕੇ ਸੁਣਨ ਚਲੇ ਜਾਂਦੇ, ਫਿਰ ਸਾਨੂੰ ਆਪਣੀ ਅਵਸਥਾ ਦਾ ਪਤਾ ਹੁੰਦਾ। ਇੱਕ ਤਾਂ ਅਸੀਂ ਦੂਜਿਆਂ ਤੋਂ ਅਵਸਥਾਵਾਂ ਪੁੱਛਦੇ ਕਿ ਸਾਡੀ ਅਵਸਥਾ ਕੀ ਹੈ, ਸਾਨੂੰ ਦੱਸੋ, ਜਾਂ ਤੁਹਾਡੀ ਅਵਸਥਾ ਕੀ ਹੈ। ਅਸੀਂ ਆਪਣੀ ਅਵਸਥਾ ਦੇਖਣੀ। ਗੁਰੂ ਸਾਹਿਬ ਕਹਿੰਦੇ ਜਦੋਂ ਤੁਸੀਂ ਹੁਣ ਦੇਖੋਗੇ ਕਿ ਸਿਰਫ ਮਾਇਆ ਦੇ ਵਿੱਚ ਹੀ ਪਿਆਰ ਪਾਈ ਰੱਖਿਆ, ਇਹਦਾ ਮਤਲਬ ਪ੍ਰੇਤ ਆ। ਜੇ ਅਸੀਂ ਸਿਮਰਨ ਭਗਤੀ ਕਰਕੇ ਕਰਮ ਦੇ ਨਾਲ ਧਰਮ ਦ੍ਰਿੜ ਕਰਦੇ ਹਾਂ, ਫਿਰ ਸਾਨੂੰ ਪਤਾ ਆ ਕਿ ਅਸੀਂ ਕਰਮ ਕਰ ਰਹੇ ਹਾਂ ਅਤੇ ਨਾਲ ਸਿਮਰਨ ਕਰ ਰਹੇ ਹਾਂ, ਅਤੇ ਅਸੀਂ ਸੁੰਨ 'ਚ ਜਾਂਦੇ ਹਾਂ। ਸੁੰਨ ਕਹਿੰਦੇ ਜਿੱਥੇ ਕੋਈ ਵਿਚਾਰ ਨਹੀਂ ਆਉਂਦਾ। ਜਿਵੇਂ ਹੁਣ ਆਪਾਂ ਸਿਮਰਨ ਕਰਦੇ ਹਾਂ ਸਹਿਜ ਵਿੱਚ ਚਲੇ ਗਏ, ਜਿੱਥੇ ਸਾਡੇ ਸਰੀਰ ਦਾ ਸਾਨੂੰ ਨਹੀਂ ਪਤਾ ਰਿਹਾ, ਅਤੇ ਨਾ ਹੀ ਸਾਨੂੰ ਅੱਗੇ ਦਾ ਕੋਈ ਪਤਾ ਰਹਿੰਦਾ ਹੈ ਕਿ ਅੱਗੇ ਕੀ ਹੋਇਆ। ਪਰ ਉਹ ਜਿਹੜੀ ਨੀਂਦ ਆ ਜਿਹਦੇ ਵਿੱਚ ਅਸੀਂ ਸੁੰਨ 'ਚ ਗਏ ਹਾਂ, ਉਹ ਆਮ ਭਾਸ਼ਾ 'ਚ ਅਸੀਂ ਨੀਂਦ ਕਹਿ ਦਿੰਦੇ ਕਿ ਅਸੀਂ ਸੌਂ ਗਏ, ਲੇਕਿਨ ਗੁਰਬਾਣੀ ਰਾਹੀਂ ਦੱਸਿਆ ਸਤਿਗੁਰ ਤੇ ਪਾਏ ਵਿਚਾਰਾ ਸੁੰਨ ਸਮਾਜ ਸੱਚੇ ਕਰਬਾਰਾ। ਉਸ ਅਵਸਥਾ ਜਦੋਂ ਉੱਠ ਕੇ ਆਉਂਦਾ ਮਨ, ਉਹ ਸੁੰਨ 'ਚ ਗਿਆ ਹੁੰਦਾ। ਅਤੇ ਉੱਥੋਂ ਫਿਰ ਸੁੰਨ 'ਚ ਜਦੋਂ ਅਸੀਂ ਵਾਰ-ਵਾਰ ਚਲੇ ਜਾਂਦੇ ਹਾਂ, ਫਿਰ ਸ਼ਬਦ ਪ੍ਰਗਟ ਹੁੰਦਾ। ਫਿਰ ਸ਼ਬਦ ਜਦੋਂ ਪ੍ਰਗਟ ਹੋ ਜਾਂਦਾ, ਅਨਹਦ ਸ਼ਬਦ ਮਨ ਸੁਣਨ ਲੱਗ ਪੈਂਦਾ, ਫਿਰ ਦੇਵਤਾ ਬਣ ਜਾਂਦਾ। ਉਹ ਫਿਰ ਅਸੀਂ ਆਪਣੀ ਪਹਿਚਾਣ ਕਰਨੀ ਕਿ ਹੁਣ ਅਨਹਦ ਸ਼ਬਦ 'ਤੇ ਬੈਠੇ ਦੇਵਲੋਕ ਵਿੱਚ ਆ। ਇਹੀ ਮਨ ਜੇ ਚਰਨਾਂ ਦੇ ਵਿੱਚ ਇਹਦੀ ਪ੍ਰੀਤ ਜੁੜੀ ਹੋਈ, ਨਾਮ ਦੇ ਵਿੱਚ ਇੱਦਾਂ ਸਮਾਈ ਜਾਂਦਾ ਮਨ, ਇਹ ਫਿਰ ਚਰਨ ਕਮਲ ਸਿਉ ਲਾਗੂ ਹੇਤ ਖਿਨ ਮੈਂ ਬਿਨਸੇ ਮਹਾਪ੍ਰੇਤ ਕੇ ਪ੍ਰੇਤ ਤੋਂ ਉੱਪਰ ਉੱਠ ਗਿਆ। ਇਹ ਅਸੀਂ ਆਪਣੇ ਅੰਦਰ ਛਾਤੀ ਮਾਰਨੀ। ਵਾਹਿਗੁਰੂ ਜੀ ਸਾਡੇ ਸਾਰਿਆਂ 'ਤੇ ਕਿਰਪਾ ਕਰਨ। ਇੰਨੀਆਂ ਬੇਨਤੀਆਂ ਕਰਦਿਆਂ ਹੋਇਆਂ ਜੇ ਕੋਈ ਸ਼ਬਦ ਗਲਤ ਬੋਲਿਆ ਗਿਆ ਹੋਵੇ, ਗੁਰੂ ਤੇ ਸੰਗਤ ਬਖਸ਼ਣ ਜੋ ਨੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।